ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ 398 ਅੰਕ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 398 ਉੱਥੋਂ ਗਿਆਨ ਸ਼ੁਰੂ ਕਰਨ ਲੱਗੇ ਹਾਂ ਜੀ। ਆਸਾ ਰਾਗ ਦੇ ਵਿੱਚ ਪੰਜਵੀਂ ਪਾਤਸ਼ਾਹੀ ਦੇ ਜਿਹੜੇ ਸ਼ਬਦ ਹੈਗੇ ਉਹ 110ਵਾਂ ਸੀਰੀਅਲ ਵਾਈਜ਼ 111ਵਾਂ 111ਵਾਂ ਸ਼ਬਦ ਅਤੇ ਲੜੀ ਦਾ 9ਵਾਂ ਮੋਤੀ ਲੈ ਰਹੇ ਹਾਂ ਆਪਾਂ। ਮਹਾਰਾਜ ਮਿਹਰ ਕਰਨ ਇਹ ਗਿਆਨ ਦੀ ਕਣੀ ਦੇਣ ਆਪਾਂ ਨੂੰ। ਆਸਾ ਮਹੱਲਾ ਪੰਜਵਾਂ। ਔਰ ਐਕਚੁਅਲੀ ਜਿਹੜਾ ਨਾ ਇਹ ਗਿਆਨ ਜਿਹੜਾ ਹੈ ਤਿੰਨ ਜਿਹੜੇ ਹੈਗੇ ਇਹ ਜਿਹੜੀ ਮਾਲਕ ਪਰਮਾਤਮਾ ਵੱਲ ਨੂੰ ਜਿਹੜੀ ਯਾਤਰਾ ਹੈਗੀ ਆਪਣੀ ਆ ਗਏ ਜੀ। ਮਾਲਕ ਪਰਮਾਤਮਾ ਵੱਲ ਨੂੰ ਜਿਹੜੀ ਆਪਣੀ ਯਾਤਰਾ ਹੈਗੀ ਇਹ ਤਿੰਨ ਜਿਹੜੇ ਹੈਗੇ ਇਹਦੇ ਪਹਿਲੂ ਹੈਗੇ, ਇਹਦੇ ਪਹੀਏ ਹੈਗੇ। ਇੱਕ ਹੈਗਾ ਗਿਆਨ, ਦੂਜਾ ਹੈਗਾ ਧਿਆਨ ਔਰ ਤੀਸਰਾ ਹੈਗਾ ਕਰਮ, ਐਕਸ਼ਨ। ਆਪਣੇ ਕਰਮ ਕਿਹੋ ਜਿਹੇ ਹੈਗੇ ਔਰ ਆਪਾਂ ਨੇ ਜਿਹੜਾ ਹੈਗਾ, ਕਿਉਂਕਿ ਇਹ ਗਿਆਨ ਲੈ ਕੇ ਆਪਾਂ ਨੇ ਆਪਣੇ ਆਪ ਨੂੰ ਆਪਣੇ ਗੁਣ ਪ੍ਰਗਟ ਕਰਨੇ ਆ, ਅਵਗੁਣ ਜਾਣੇ ਆ। ਇਹ ਕਰਮ ਹੈਗੇ ਆਪਣੇ। ਇਹ ਧਿਆਨ ਦੇ ਨਾਲ ਮਨ ਨੂੰ ਜਿਹੜੀ ਹੈਗੀ ਆ, ਮਨ ਫੋਕਸ ਹੋਣਾ ਹੈ, ਮਨ ਦੇ ਵਿੱਚ ਪਾਵਰ ਬਣਨੀ ਹੈ। ਕਿਉਂਕਿ ਵੀਕ ਮਨ ਕਿਵੇਂ ਹੁੰਦਾ ਹੈ? ਵੀਕ ਮਨ ਹੁੰਦਾ ਹੈ ਜਿਹੜਾ ਹੈਗਾ ਇਹ ਸੰਸਕਾਰਾਂ ਦੇ ਨਾਲ, ਇਹ ਕਾਰਨ ਸ਼ੀਰ ਦੇ ਨਾਲ ਇਹ ਖਿੰਡਿਆ ਹੁੰਦਾ ਹੈ, ਇਹਦੀ ਜਿਹੜੀ ਹੈਗੀ ਸਕੈਟਰਡ ਹੁੰਦਾ ਹੈ। ਅਤੇ ਉਹਨੂੰ ਜਿਹੜਾ ਹੈਗਾ ਆਪਾਂ ਨੇ ਧਿਆਨ ਸਿਮਰਨ ਦੇ ਨਾਲ ਆਪਾਂ ਜਿਹੜੇ ਹੈਗੇ ਮਨ ਜਿਹੜਾ ਹੈਗਾ ਵਿਚਾਰਾਂ ਦੇ ਵਿੱਚ ਸਕੈਟਰਡ ਕਿਵੇਂ ਹੁੰਦਾ? ਵਿਚਾਰਾਂ ਦੇ ਵਿੱਚ ਉਹ ਵਿਚਾਰ ਜਿਹੜੇ ਹੈਗੇ ਆਪਾਂ ਇਕੱਠ ਕਰਦੇ ਹਾਂ ਅਤੇ ਉਹਦੇ ਨਾਲ ਮਨ ਜਿਹੜਾ ਹੈਗਾ ਕੇਂਦਰਿਤ ਹੋ ਜਾਂਦਾ ਹੈ। ਤਾਂ ਜਿਹੜਾ ਹੈਗਾ ਮਨ ਔਰ ਇਹ ਬਾਣੀ ਜਿਹੜੀ ਹੈਗੀ, ਗਿਆਨ ਜਿਹੜਾ ਹੈਗਾ ਇਹ ਆਪਾਂ ਨੂੰ ਇਸ ਪਾਸੇ ਨੂੰ ਫੋਰਸ ਦਿੰਦਾ ਹੈ, ਇਨਫੋਰਸਮੈਂਟ ਕਰਦਾ ਹੈ ਆਪਾਂ ਨੂੰ। ਤਾਂ ਇਹ ਜਿਹੜੀ ਹੈਗੀ ਹੈ ਸਪਿਰਿਚੁਅਲ ਜਰਨੀ ਜਿਹੜੀ ਹੈ ਜਿਹਦੇ ਵਾਸਤੇ ਆਪਾਂ ਆਏ ਹਾਂ ਇਹ ਪੈਦਾ ਹੋਣੀ ਆ। ਔਰ ਇਹ ਸਪਿਰਿਚੁਅਲ ਜਰਨੀ ਜਿਹੜੀ ਹੈਗੀ ਆ ਇਹ ਕਰਨੀ ਹੈਗੀ ਆਪਣੇ ਮਨ ਨੇ ਕਰਨੀ ਹੈਗੀ ਆ। ਔਰ ਮਨ ਨੇ ਕਰਨੀ ਹੈਗੀ ਔਰ ਸੁਰਤ ਜਿਹੜੀ ਹੈਗੀ ਆਪਣੀ ਸੁਰਤ ਜਿਹੜੀ ਹੈਗੀ ਇਹ ਇੱਕ ਵਹੀਕਲ ਹੈਗੀ ਆ। ਜਿਸ ਤਰ੍ਹਾਂ ਆਪਾਂ ਨੂੰ ਦੁਨੀਆ ਦੇ ਵਿੱਚ ਸਰੀਰ ਮਿਲਿਆ ਹੈ, ਸਰੀਰ ਦੇ ਨਾਲ ਆਪਾਂ ਦੁਨੀਆ ਦੇ ਵਿੱਚ ਜਿਹੜੇ ਹੈਗੇ ਦੁਨੀਆ ਦੇ ਪਦਾਰਥ ਰਸ ਜੋ ਵੀ ਦੁਨੀਆ ਦੇ ਵਿੱਚ ਜਾਂਦੇ ਆ, ਕਿੱਧਰ ਜਾਣਾ ਹੈ। ਬਾਕੀ ਜਿਹੜੀਆਂ ਕਾਰਾਂ ਵਗੈਰਾ ਹੈਗੀਆਂ, ਹਵਾਈ ਜਹਾਜ਼ ਹੈਗਾ, ਇਹ ਵਹੀਕਲ ਮਿਲੀ ਹੋਈ ਆ ਆਪਾਂ ਨੂੰ ਜਾਣ ਦੇ ਵਾਸਤੇ। ਉਸੇ ਤਰੀਕੇ ਦੇ ਨਾਲ ਸੁਰਤ ਹੈਗੀ ਆਪਣੀ। ਜਿੱਥੇ ਦੇਖੋ ਸੁਰਤ ਜਿੱਥੇ ਵੀ ਜਾਏਗੀ ਨਾ ਉੱਥੇ ਆਪ ਤੁਹਾਡਾ ਮਨ ਚਲੇ ਜਾਏਗਾ। ਮਨ ਨੂੰ ਲੈ ਕੇ ਜਾਂਦੀ ਹੈ ਸੁਰਤ। ਸੁਰਤ ਜਿਹੜੀ ਹੈ ਵਹੀਕਲ ਹੈਗੀ ਆ। ਸੁਰਤ ਦੇ ਨਾਲ ਯਾਤਰਾ ਹੋਣੀ ਹੈ। ਸੁਰਤ ਜਿਹੜਾ ਹੈ ਰਸਤਾ ਹੈਗਾ ਤੇ ਚੱਲਣਾ ਮਨ ਨੇ ਹੈਗਾ। ਸੁਰਤ ਨੇ ਰਸਤਾ ਦਿਖਾਉਣਾ ਹੈਗਾ ਮਨ ਨੂੰ। ਸੁਰਤ ਤੇ ਲਿਵ ਸੇਮ ਥਿੰਗ ਹੈ ਜੀ। ਹਾਂ, ਲਿਵ ਲੱਗ ਜਾਂਦੀ ਹੈ ਨਾ। ਲਿਵ ਲੱਗ ਗਈ ਮਤਲਬ ਜਿਹੜੀ ਹੈਗੀ ਨਾ, ਫਿਰ ਤੁਸੀਂ ਜਿਹੜੇ ਹੈਗੇ ਮਾਇਆ ਤੋਂ ਜਿਹੜੀ ਸੁਰਤ ਤੁਹਾਡੀ ਜਿਹੜੀ ਹੈਗੀ, ਮਨ ਜਿਹੜਾ ਹੈਗਾ ਟਿਕ ਗਿਆ, ਜਾ ਕੇ ਮਨ ਆਤਮਾ ਚ ਲੀਨ ਹੋ, ਮਨ ਵਿਚਾਰ ਸ਼ੂਨਯ ਹੋ ਗਿਆ। ਉੱਥੇ ਸੁਰਤ ਤੇ ਸ਼ਬਦ ਦਾ ਮੇਲ ਹੋ ਜਾਂਦਾ ਜੀ। ਬਸ ਇਹ ਜਿਹੜਾ ਹੈ ਨਾ ਐਕਚੁਅਲੀ ਦੇਖੋ ਇੱਕ ਜਗ੍ਹਾ ਬਾਣੀ ਦੇ ਵਿੱਚ ਆਉਂਦਾ ਹੈ, ਕਬੀਰ ਸਾਹਿਬ ਦਾ ਸ਼ਾਇਦ ਸ਼ਬਦ ਹੈਗਾ, ਮਨ ਕਰ ਬੈਲ ਸੁਰਤ ਕਰ ਪੈਂਡਾ ਗਿਆਨ ਗੋਨ ਭਰ ਡਾਰੀ। ਉੱਥੇ ਜਿਹੜਾ ਹੈਗਾ ਉਹ ਗਿਆਨ ਜਿਹੜਾ ਆਪਣਾ ਪੈਦਾ ਹੁੰਦਾ ਹੈ, ਗਿਆਨ ਉਹ ਗਿਆਨ ਦੀ ਗੋਨ ਆ। ਆਹ ਗਿਆਨ ਹੈਗਾ ਇਹ ਤਾਂ ਬ੍ਰਹਮ ਗਿਆਨੀਆਂ ਦਾ ਗਿਆਨ ਹੈ, ਜਿਹੜੇ ਇਹ ਗੁਰੂਆਂ ਦਾ ਗਿਆਨ ਹੈ, ਜਿਨ੍ਹਾਂ ਨੇ ਯਾਤਰਾ ਕਰ ਲਈ। ਇਹ ਸਤਿਗੁਰੂ ਦਾ ਗਿਆਨ ਹੈਗਾ। ਉੱਥੇ ਜਿਹੜਾ ਹੈਗਾ ਆਪਣਾ ਗਿਆਨ ਪੈਦਾ ਹੋਏਗਾ, ਆਪਣਾ ਪ੍ਰੈਕਟੀਕਲ ਹੋਏਗਾ। ਮਨ ਕਰ ਬੈਲ, ਮਨ ਬੈਲ ਹੈਗਾ, ਮਨ ਨੂੰ ਚਲਾਉਣਾ ਹੈ ਆਪਾਂ ਨੇ, ਮਨ ਨੇ ਯਾਤਰਾ ਕਰਨੀ ਹੈ। ਆਸਾ ਮਹੱਲਾ ਪੰਜਵਾਂ। ਕੋਈ ਨਾ ਕਿਸੇ ਸੰਗ ਕਾਹੇ ਗਰਬੀ ਹੈ। ਦੇਖ ਲਓ ਭਾਈ, ਇਕੱਲੇ ਯਾਤਰਾ ਕਰਨੀ ਪੈਣੀ ਆ, ਕੋਈ ਕਿਸੇ ਦੇ ਨਾਲ ਨਹੀਂ ਹੈਗਾ। ਔਰ ਦੁਨੀਆ ਦੇ ਵਿੱਚ ਦੇਖ ਲਓ ਜਿੰਨੇ ਵੀ ਜਿਹੜੇ ਆਪਣੇ ਜਿਹੜੇ ਸੰਬੰਧੀ ਹੈਗੇ, ਰਿਸ਼ਤੇਦਾਰ, ਘਰ ਵਾਲੀ, ਘਰ ਵਾਲਾ, ਬੱਚੇ,
ਮਾਂ ਪਿਓ, ਹੋਰ ਜੋ ਵੀ ਦੁਨੀਆ ਦੇ ਸੰਬੰਧੀ ਹੈਗੇ, ਭਾਵੇਂ ਨਾ ਵੀ ਸੰਬੰਧੀ ਹੋਣ, ਜਿਹੜੇ ਵੀ ਆਪਣੇ ਮੁਲਾਕਾਤੀ ਹੈਗੇ। ਕਹਿੰਦੇ ਕੋਈ ਕਿਸੇ ਦਾ ਸੰਗੀ ਨਹੀਂ ਹੈ ਭਾਈ, ਕੋਈ ਕਿਸੇ ਦਾ ਸੰਗੀ ਨਹੀਂ ਹੈਗਾ। ਕੋਈ ਇਸ ਯਾਤਰਾ ਦੇ ਵਿੱਚ ਕਿਸੇ ਨੂੰ ਜਿਹੜਾ ਹੈਗਾ ਲੈ ਕੇ ਨਹੀਂ ਜਾ ਸਕਦਾ। ਕੋਈ ਨਾ ਕਿਸੇ ਸੰਗ ਕਾਹੇ ਗਰਬੀਏ। ਫਿਰ ਜਿਹੜਾ ਹੈਗਾ ਹੰਕਾਰ ਕਾਹਦਾ ਹੈ ਭਾਈ? ਫਿਰ ਕਾਹਦਾ ਹੰਕਾਰ ਹੈਗਾ ਆਪਾਂ ਨੂੰ? ਆਪਾਂ ਨੂੰ ਇਹ ਜਿਹੜਾ ਹੈਗਾ ਆਪਣੇ ਬੱਚੇ, ਆਪਣੀ ਜਿਹੜੇ ਹੈਗੇ ਘਰ ਵਾਲਾ, ਆਪਣਾ ਸਰੀਰ, ਕਾਹਦਾ ਹੰਕਾਰ ਹੈਗਾ ਆਪਾਂ ਨੂੰ? ਏਕ ਨਾਮ ਆਧਾਰ ਪੌਜਲ ਤਰਬੀਆ ਹੈ। ਆ ਲਓ, ਨਾਮ ਦਾ ਆਧਾਰ ਬਣਾਏਗਾ। ਪਰ ਨਾਮ ਦਾ ਆਧਾਰ ਕੀ ਹੈ? ਬਈ ਮੈਂ ਮਾਲਕ ਪਰਮਾਤਮਾ ਦੀ ਭਗਤੀ ਕਰਨੀ ਹੈ, ਮੈਂ ਜਿਹੜਾ ਹੈਗਾ ਮਾਲਕ ਵੱਲ ਦੀ ਯਾਤਰਾ ਕਰਨੀ ਹੈ। ਇਹ ਹੈਗਾ, ਇਹਦੇ ਵਾਸਤੇ ਨਾਮ ਦਾ ਆਧਾਰ ਬਣਾਉਣਾ ਪੈਣਾ ਹੈ, ਕਿਉਂਕਿ ਮਾਲਕ ਤਾਂ ਜਿਹੜਾ ਹੈਗਾ ਉਹ ਤਾਂ ਦਿਸਦਾ ਵੀ ਨਹੀਂ ਹੈਗਾ। ਕੋਈ ਨਾ ਕਿਸੇ ਹੀ ਸੰਗ ਕਾਹੇ ਗਰਬੀ ਹੈ, ਏਕ ਨਾਮ ਆਧਾਰ ਪੌਜਲ ਤਰਬੀਆ ਹੈ। ਦੇਖੋ ਯੂਪੀ ਵਾਲੀ ਉਸ ਤਰ੍ਹਾਂ ਦੀ ਬੋਲੀ ਹੈ ਭਾਈ। ਕਹਿੰਦੇ ਪੌਜਲ ਤਰ ਜਾਏਗਾ ਪਿਆਰਿਆ, ਹੋਰ ਕੋਈ ਰਸਤਾ ਹੀ ਨਹੀਂ ਹੈ। ਨਾਮ ਨੂੰ ਆਧਾਰ ਬਣਾਏ ਬਗੈਰ, ਪ੍ਰੇਮ ਭਗਤੀ ਨੂੰ ਆਧਾਰ ਬਣਾਏ ਬਗੈਰ ਕੋਈ ਰਸਤਾ ਨਹੀਂ ਹੈਗਾ। ਅਸੀਂ 398 ਅੰਗ ਤੇ ਹੈਗੇ ਹਾਂ ਜੀ। ਕੋਈ ਨਾ ਕਿਸੇ ਹੀ ਸੰਗ ਕਾਹੇ ਗਰਬੀ ਹੈ, ਏਕ ਨਾਮ ਆਧਾਰ ਪੌਜਲ ਤਰਬੀ ਹੈ। ਮੈਂ ਗਰੀਬ ਸੱਚ ਟੇਕ ਤੂੰ ਮੇਰੇ ਸਤਿਗੁਰ ਪੂਰੇ। ਮੈਂ ਗਰੀਬ ਹੈਗਾ ਆ, ਔਰ ਮੈਨੂੰ ਜਿਹੜਾ ਹੈਗਾ, ਮੈਨੂੰ ਉਹ ਸੱਚ ਦੇ ਵਿੱਚ ਜਾਣ ਦੇ ਵਾਸਤੇ ਮਾਲਕ ਪਰਮਾਤਮਾ ਅਬਨਾਸੀ ਹੈਗਾ, ਉਹਦੇ ਵੱਲ ਨੂੰ ਯਾਤਰਾ ਕਰਨ ਦੇ ਵਾਸਤੇ ਤੂੰ ਹੀ ਮੇਰੀ ਟੇਕ ਹੈਗਾ। ਹੇ ਮੇਰੇ ਗੁਰੂ, ਹੇ ਮੇਰੇ ਸਤਿਗੁਰੂ, ਮੈਂ ਗਰੀਬ ਸੱਚ ਟੇਕ ਤੂੰ ਮੇਰੇ ਸਤਿਗੁਰ ਪੂਰੇ। ਇਸ ਰਸਤੇ ਦੇ ਉੱਤੇ ਮੇਰੇ ਕੋਲ ਕੋਈ ਹੋਰ ਕੁਛ ਨਹੀਂ ਹੈਗਾ। ਮੇਰੇ ਕੋਲ ਤੁਹਾਡੇ ਸਿਵਾ, ਇਸ ਗਿਆਨ ਦੇ ਸਿਵਾ ਮੇਰੇ ਕੋਲ ਕੋਈ ਚਾਰਾ ਹੀ ਨਹੀਂ ਹੈਗਾ। ਮੇਰੇ ਕੋਲ ਕੋਈ ਆਪਸ਼ਨ ਹੀ ਨਹੀਂ ਹੈਗਾ। ਮੈਂ ਗਰੀਬ ਸੱਚ ਟੇਕ ਤੂੰ, ਮੈਨੂੰ ਸੱਚ ਦੇ ਨਾਲ ਜੁੜਨ ਦੇ ਵਾਸਤੇ ਮੇਰੇ ਸਤਿਗੁਰ ਪੂਰੇ। ਮੈਂ ਗਰੀਬ ਸੱਚ ਟੇਕ ਤੂੰ, ਤੂੰ ਵਰਡ ਜਿਹੜਾ ਦੋਨੋਂ ਪਾਸੇ ਲੱਗੇਗਾ, ਦੋਹਰੀ ਦੀਪਕ ਹੈਗਾ। ਮੈਂ ਗਰੀਬ ਸੱਚ ਟੇਕ ਤੂੰ, ਉਹ ਮਾਲਕ ਪਰਮਾਤਮਾ ਦੀ ਟੇਕ ਹੈਗੀ। ਤੂੰ ਮੇਰੇ ਸਤਿਗੁਰ ਪੂਰੇ, ਮੇਰੇ ਸਤਿਗੁਰੂ ਪੂਰਾ ਜਿਹੜਾ ਹੈਗਾ, ਉਹਦੇ ਥਰੂ ਜਿਹੜਾ ਹੈਗਾ ਉਹ ਮੇਰੇ ਕੋਲ ਆਪਸ਼ਨ ਹੈਗਾ, ਉਹ ਸੱਚ ਦੇ ਨਾਲ, ਉਹ ਸੱਚ ਤੱਕ ਜਾਣ ਦੇ ਵਾਸਤੇ। ਦੇਖ ਤੁਮਾਰਾ ਦਰਸ਼ਨੋ ਮੇਰਾ ਮਨ ਧੀਰੇ ਰਹਾਓ। ਕਹਿੰਦੇ ਤੁਮਾਰਾ ਦਰਸ਼ਨ, ਦੇਖ ਤੁਮਾਰਾ ਦਰਸ਼ਨ। ਹੁਣ ਜਿਹੜਾ ਹੈਗਾ ਗੁਰੂ ਦਾ ਦਰਸ਼ਨ ਦੇਖੋ, ਆਪਾਂ ਕੀ ਕਰ ਰਹੇ ਹਾਂ? ਆਪਾਂ ਗੁਰੂ ਦਾ ਹੀ ਦਰਸ਼ਨ ਕਰ ਰਹੇ ਹਾਂ। ਕਹਿੰਦੇ ਮੇਰਾ ਮਨ ਧੀਰੇ, ਮੇਰੇ ਮਨ 'ਚ ਧੀਰਜ ਆਉਂਦਾ, ਹੌਸਲਾ ਆਉਂਦਾ ਹੈ ਵੀ ਮੈਂ ਵੀ ਯਾਤਰਾ ਕਰ ਸਕਦਾ ਹਾਂ। ਮੇਰੇ ਮਨ 'ਚ ਉਤਸ਼ਾਹ ਪੈਦਾ ਹੋ ਜਾਂਦਾ ਹੈ, ਉਮਾਹ ਪੈਦਾ ਹੋ ਜਾਂਦਾ ਹੈ। ਯਾਤਰਾ ਕਰਨ ਨੂੰ ਮੇਰਾ ਜੀਅ ਕਰਦਾ ਹੈ, ਮੇਰਾ ਗੇਅਰ ਲੱਗ ਜਾਂਦਾ ਹੈ। ਮੈਂ ਗਰੀਬ ਸੱਚ ਟੇਕ ਤੂੰ ਮੇਰੇ ਸਤਿਗੁਰ ਪੂਰੇ। ਦੇਖ ਤੁਮਾਰਾ ਦਰਸ਼ਨੋ, ਦੇਖ ਖੱਖੇ ਦੀ ਸਿਆਰੀ ਲੱਗੀ ਹੈ, ਖੱਖੇ ਨੂੰ ਔਂਕੜ ਨਹੀਂ ਲੱਗੀ ਹੋਈ ਵੀ ਦੇਖ ਦਰਸ਼ਨ ਕਰ ਨਾ, ਦੇਖ ਕੇ ਦਰਸ਼ਨ ਕਰਕੇ। ਦੇਖ ਤੁਮਾਰਾ ਦਰਸ਼ਨੋ ਮੇਰਾ ਮਨ ਧੀਰੇ ਰਹਾਓ। ਮੇਰੇ ਮਨ 'ਚ ਹੌਸਲਾ ਆ ਜਾਂਦਾ ਹੈ, ਧੀਰਜ ਆ ਜਾਂਦਾ ਹੈ ਮੈਨੂੰ। ਰਾਜ ਮਾਲ ਜੰਜਾਲ ਕਾਜ ਨਾ ਕਿਤੇ ਗਨੋ। ਹੁਣ ਦੇਖ ਲਓ, ਉੱਪਰ ਲਿਖਿਆ ਸੀਗਾ ਏਕ ਨਾਮ ਆਧਾਰ ਪੌਜਲ ਤਰਬੀਆ, ਕੋਈ ਨਾ ਕਿਸੇ ਸੰਗ ਕਾਹੇ ਗਰਬੀਆ। ਉੱਪਰ ਦੱਸਤਾ ਜਿਹੜੇ ਰਿਸ਼ਤੇਦਾਰ ਇਨਸਾਨ ਜੋ ਵੀ ਹੈਗੇ, ਕਹਿੰਦੇ ਉਹ ਕਿਸੇ ਤੇਰੀ ਯਾਤਰਾ ਦੇ ਵਿੱਚ ਕਿਤੇ ਵੀ ਤੇਰੇ ਸੰਗੀ ਨਹੀਂ ਹੋ ਸਕਦੇ। ਤੇਰਾ ਜਿਹੜਾ ਹੈਗਾ ਤੇਰੀ ਯਾਤਰਾ ਨਹੀਂ ਕਰਵਾ ਸਕਦੇ। ਹੁਣ ਇੱਥੇ ਕਹਿ ਰਿਹਾ, ਦੇਖ ਮਿੱਤਰਾ, ਜੋ ਵੀ ਕੁਛ ਤੇਰਾ ਧਨ ਦੌਲਤ, ਰਾਜ ਜਿਹੜਾ ਹੈਗਾ ਤੇਰਾ, ਟੈਟਰੀ, ਮਾਲ, ਜੰਜਾਲ, ਇਹ ਸਾਰੇ ਜਿਹੜੇ ਹੈਗੇ ਦੁਨਿਆਵੀ ਜਿਹੜੇ ਹੈਗੇ ਜੰਜਾਲ, ਕਾਜ, ਕੰਮ ਤੇਰੇ ਜਿਹੜੇ ਆ, ਨਾ ਕਿਤੇ ਗਣੋ, ਇਹਨਾਂ ਨੂੰ ਨਾ ਗਿਣ ਕਿਤੇ ਵੀ। ਇਹ ਤੈਨੂੰ ਇਸ ਯਾਤਰਾ ਦੇ ਵਾਸਤੇ ਜਿਹੜਾ ਹੈਗਾ, ਇਹਨਾਂ ਦੇ ਦੁਆਰਾ ਯਾਤਰਾ ਨਹੀਂ ਜਿਹੜੀ ਹੈਗੀ ਹੋ ਸਕਦੀ।
ਰਾਜ ਮਾਲ ਜੰਜਾਲ ਕਾਜ ਨਾ ਕਿਤੇ ਗਨੋ। ਇਸ ਯਾਤਰਾ ਦੇ ਉੱਤੇ ਫਿਰ ਕੀ ਕਰੀਏ ਮਹਾਰਾਜ ਜੀ? ਹਰ ਕੀਰਤਨ ਆਧਾਰ ਨਿਹਚਲ ਇਹੋ ਧਨੋ। ਹਰ ਕੀਰਤਨ ਆਧਾਰ, ਕਹਿੰਦੇ ਪਰਮੇਸ਼ਰ ਦੇ ਕੀਰਤਨ ਨੂੰ ਆਧਾਰ ਬਣਾ, ਕੀਰਤਨ ਤੱਕ ਪਹੁੰਚ। ਕੀਰਤਨ ਕੀ ਹੈਗਾ? ਕੀਰਤਨ ਹੈਗਾ ਜਦ ਜਿਹੜਾ ਹੈਗਾ ਆਪਣਾ ਮਨ ਖੜ ਜਾਂਦਾ ਤੇ ਉਸ ਤੋਂ ਬਾਅਦ ਕੀਰਤਨ ਸ਼ੁਰੂ ਹੋ ਜਾਂਦਾ ਹੈ। ਮਾਈ ਮੈਂ ਧਨ ਪਾਇਓ ਹਰ ਨਾਮ, ਉਦੋਂ ਧਨ ਵੀ ਬਣ ਜਾਂਦਾ ਹੈ। ਮਾਈ ਮੈਂ ਧਨ ਪਾਇਓ ਹਰ ਨਾਮ, ਮਨ ਮੇਰੋ ਧਾਵਨ ਤੇ ਛੂਟਿਓ, ਕਰ ਬੈਠੋ ਵਿਸਰਾਮ। ਕੀਰਤਨ ਹੁੰਦਾ ਜਦ ਧਿਆਨ ਲੱਗ ਗਿਆ ਤੇ ਕੀਰਤਨ ਬਣ ਜਾਣਾ ਹੈ, ਆਟੋਮੈਟਿਕਲੀ ਬਣ ਜਾਣਾ ਹੈ। ਆਪਾਂ ਨੂੰ ਕੁਛ ਉਹ ਨਹੀਂ, ਉਹ ਕਲਯੁਗ ਮੈਂ ਕੀਰਤਨ ਪ੍ਰਧਾਨਾ, ਕਿਹੜਾ? ਗੁਰਮੁਖ ਜਪੀਏ ਲਾਏ ਧਿਆਨਾ। ਧਿਆਨ ਲਾਉਣ ਤੱਕ ਜਪਣਾ ਪੈਣਾ, ਧਿਆਨ ਲਾਉਣ ਤੱਕ ਕੀਰਤਨ ਤਾਂ ਬਣਨਾ ਹੈ। ਉਹ ਕਲਯੁਗ ਮੈਂ ਕੀਰਤਨ ਪ੍ਰਧਾਨਾ। ਰਾਜ ਉਹ ਕਹਿੰਦੇ ਆ ਇਹ ਨੇਚਲ ਧਨ ਹੈਗਾ ਭਾਈ, ਇਹ ਆਧਾਰ ਬਣਾ ਲਿਆ। ਇੱਥੇ ਧਨ ਵੀ ਲਿਖਤਾ, ਔਰ ਮਹਾਰਾਜ ਨੌਵੀਂ ਪਾਤਸ਼ਾਹੀ ਕਹਿ ਰਹੀ ਮਾਈ ਮੈਂ ਧਨ ਪਾਇਓ ਹਰ ਨਾਮ, ਮਨ ਮੇਰੋ ਕਦੋਂ? ਮਨ ਮੇਰੋ ਧਾਵਨ ਤੇ ਛੂਟਿਓ, ਕਰ ਬੈਠੋ ਵਿਸਰਾਮ। ਆਹ ਕੀਰਤਨ ਬਣ ਗਿਆ, ਇਹਨੂੰ ਆਧਾਰ ਬਣਾ। ਰਾਜ ਮਾਲ ਜੰਜਾਲ ਕਾਜ ਨਾ ਕਿਤੇ ਗਨੋ, ਹਰ ਕੀਰਤਨ ਆਧਾਰ ਨਿਹਚਲ ਇਹ ਧਨੋ। ਜੇਤੇ ਮਾਇਆ ਰੰਗ ਤੇਤ ਪਛਾਵਿਆ। ਕਹਿੰਦੇ ਮਾਇਆ ਦੇ ਜਿੰਨੇ ਵੀ ਰੰਗ ਤਮਾਸ਼ੇ ਹੈਗੇ ਆ ਭਾਈ, ਇਹ ਤਾਂ ਭਾਈ ਪਰਛਾਵੇਂ ਹੈਗੇ ਆ, ਪਛਾਵਿਆ। ਇਹਨਾਂ ਦੇ ਨਾਲ ਇਹ ਤਾਂ ਜਿਹੜੇ ਹੈਗੇ, ਇਹ ਤੈਨੂੰ ਜਿਹੜੇ ਹੈਗੇ ਇਹਨਾਂ ਦੇ ਵਿੱਚ ਸੁੱਖ ਨਹੀਂ ਹੈਗਾ, ਇਹ ਧੋਖਾ ਹੈਗਾ, ਟਰੈਪ ਹੈਗੀ। ਸੁੱਖ ਕਾ ਨਾਮ ਨਿਧਾਨ ਗੁਰਮੁਖੇ ਗਾਵਿਆ। ਕਹਿੰਦੇ ਸੁੱਖ ਦਾ ਸੁੱਖ ਕੀ ਹੈਗਾ? ਕਹਿੰਦੇ ਸੁੱਖ ਕਾ ਨਾਮ ਨਿਧਾਨ, ਨਾਮ ਹੀ ਆ ਭਾਈ ਸੁੱਖ। ਸੁੱਖ ਕਾ ਨਾਮ ਨਿਧਾਨ ਗੁਰਮੁਖੇ ਗਾਵਿਆ। ਹੁਣ ਦੇਖੋ ਨਾਮ ਜਿਹੜਾ ਹੈਗਾ ਦੋ ਉਹਦੇ ਵਿੱਚ ਆ ਰਿਹਾ ਆ। ਸੁੱਖ ਦਾ ਨਾਮ ਕੀ ਹੈ? ਸੁੱਖ ਦਾ ਨਾਮ ਨਿਧਾਨ ਹੈ। ਸੁੱਖ ਦਾ ਨਾਮ, ਸੁੱਖ ਕੀ ਹੈਗਾ? ਨਾਮ ਪਰਮੇਸ਼ਰ ਦਾ ਨਾਮ, ਖਜ਼ਾਨਾ ਜਿਹੜਾ ਹੈਗਾ। ਗੁਰਮੁਖੇ ਗਾਵਿਆ, ਇਹ ਕਿਵੇਂ ਮਿਲਦਾ ਹੈ? ਕਹਿੰਦੇ ਭਾਈ ਗੁਰੂ ਦੀ ਸੰਗਤ ਦੇ ਦੁਆਰਾ ਗੁਰੂ ਵੱਲ ਨੂੰ ਮੁੱਖ ਕਰਨਾ ਪਊਗਾ। ਗੁਰੂ ਵੱਲ ਨੂੰ ਮੁੱਖ ਕਰਨਾ ਕੀ ਹੈ? ਜੋ ਗੁਰੂ ਕਹਿ ਰਿਹਾ ਉਹ ਕਾਰਵਾਈ ਕਰਨੀ ਪਊਗੀ, ਔਰ ਉਹ ਜਿਹੜਾ ਕੀਰਤਨ ਗਾਉਣਾ ਪਊਗਾ ਭਾਈ। ਹਰ ਕੀਰਤਨ ਆਧਾਰ ਨਿਹਚਲ ਇਹੋ ਧਨੋ, ਸੁੱਖ ਕਾ ਨਾਮ ਨਿਦਾਨ ਗੁਰਮੁਖੀ ਗਾਵਿਆ। ਗਾਵਿਆ ਲਿਖਤਾ ਇੱਥੇ, ਉੱਪਰ ਕੀਰਤਨ ਲਿਖਤਾ। ਗੱਲ ਤਾਂ ਉਹੀ ਤੇ ਉਹੀ ਹੈਗੀ, ਦੂਸਰੇ ਬੰਦ ਦੇ ਵਿੱਚ ਵੀ, ਪਹਿਲੇ ਬੰਦ ਦੇ ਵਿੱਚ ਵੀ, ਤੀਸਰੇ ਬੰਦ ਦੇ ਵਿੱਚ ਵੀ। ਸੱਚਾ ਗੁਣੀ ਨਿਦਾਨ ਤੂੰ ਪ੍ਰਭ ਗਹਿਰ ਗੰਭੀਰੇ। ਉਹ ਮਾਲਕ ਪਰਮਾਤਮਾ ਗੁਣਾਂ ਦਾ ਖਜ਼ਾਨਾ ਹੈਗਾ। ਸਾਰੇ ਗੁਣ ਆ ਮਾਲਕ ਪਰਮਾਤਮਾ ਦੇ ਵਿੱਚ। ਨਿਦਾਨ ਕਹਿੰਦੇ ਆ ਖਜ਼ਾਨਾ। ਸੱਚਾ ਗੁਣੀ ਨਿਦਾਨ ਤੂੰ ਪ੍ਰਭ ਗਹਿਰ ਗੰਭੀਰੇ। ਉਹ ਮਾਲਕ ਪਰਮਾਤਮਾ ਗਹਿਰਾ ਹੈ, ਗੰਭੀਰ ਹੈਗਾ, ਸੀਰੀਅਸ ਹੈਗਾ ਮਾਲਕ ਪਰਮਾਤਮਾ। ਬਿਲਕੁਲ ਇੱਕ ਮਾੜੀ ਚੀਜ਼ ਨੂੰ ਉਹ ਜਿਹੜਾ ਹੈਗਾ ਸਮਝਦਾ ਹੈ ਔਰ ਸੁਣਦਾ ਹੈ। ਆਸ ਭਰੋਸਾ ਖਸਮ ਕਾ ਨਾਨਕ ਕੇ ਜੀਰੇ। ਹੈ ਮੇਰੇ ਜੀ, ਉਹ ਮਾਲਕ ਪਰਮਾਤਮਾ ਦਾ ਭਰੋਸਾ ਕਰ ਲਾ, ਆਸ ਕਰ ਮਾਲਕ ਤੋਂ ਆਸ ਕਰ ਔਰ ਭਰੋਸਾ ਕਰ। ਮਾਲਕ ਦਾ ਭਰੋਸਾ, ਮਾਲਕ ਤੇ ਆਸ ਕਰ। ਕੋਈ ਖਾਲੀ ਅੱਜ ਤੱਕ ਨਹੀਂ ਗਿਆ, ਤੂੰ ਕਿਵੇਂ ਖਾਲੀ ਜਾ ਸਕਦਾ ਹੈ? ਤੂੰ ਕਿਵੇਂ ਖਾਲੀ ਜਾ ਸਕਦਾ ਹੈ ਦੱਸ? ਅੱਜ ਤੱਕ ਕੋਈ ਖਾਲੀ ਗਿਆ ਹੀ ਨਹੀਂ ਹੈਗਾ। ਜਿਹਨੇ ਦਿਲੋਂ ਜਿਹੜੀ ਹੈਗੀ ਪੁਕਾਰ ਕੀਤੀ ਹੈ, ਕਦੀ ਵੀ ਖਾਲੀ ਨਹੀਂ ਗਿਆ ਅੱਜ ਤੱਕ। ਆਸ ਭਰੋਸਾ ਖਸਮ ਕਾ ਨਾਨਕ ਕੇ ਜੀਰੇ। ਆਸਾ ਮਹੱਲਾ ਪੰਜਵਾਂ। ਜਿਸ ਸਿਮਰਤ ਦੁੱਖ ਜਾਏ, ਸਹਿਜ ਸੁਖ ਪਾਈਐ। ਜਿਸ ਮਾਲਕ ਪਰਮਾਤਮਾ ਦੇ ਸਿਮਰਨ ਦੇ ਨਾਲ, ਸਮਰਨ ਕਰਨ ਦੇ ਨਾਲ ਦੁੱਖ ਜਿਹੜਾ ਹੈਗਾ ਦੂਰ ਹੋ ਜਾਏਗਾ। ਕਿਉਂਕਿ ਦੁੱਖ ਜਿਹੜਾ ਹੈ ਹੀ ਵਿਚਾਰ। ਜਿਸ ਸਿਮਰਤ ਦੁੱਖ ਜਾਏ, ਫਿਜ਼ੀਕਲ ਦੁੱਖ ਤਾਂ ਬਹੁਤ ਹੈ, ਕਿਸੇ ਦੀ ਕੋਈ ਚੋਟ ਲੱਗ ਗਈ ਜਾਂ ਕੁਛ ਹੋ ਗਿਆ, ਉਹ ਦੁੱਖ ਫਿਜ਼ੀਕਲ ਜਿਹੜੇ ਹੈਗੇ, ਕੋਈ ਜਿਹੜਾ ਸਰੀਰ ਦੇ ਵਿੱਚ ਕਸ਼ਟ ਆ ਗਿਆ। ਬਾਕੀ ਸਾਰੇ ਦੇ ਸਾਰੇ ਦੁੱਖ ਤਾਂ ਜਿਹੜੇ ਵਿਚਾਰਾਂ ਦੇ ਆ। ਮੈਕਸੀਮਮ 99.9% ਦੁੱਖ ਜਿਹੜੇ ਵਿਚਾਰਾਂ ਦੇ ਹੈਗੇ। ਜਿਸ ਸਿਮਰਤ ਦੁੱਖ ਜਾਏ, ਸਹਿਜ ਸੁਖ ਪਾਈਐ।
ਸਹਿਜ ਅਵਸਥਾ ਆ ਜਾਏਗੀ, ਸੁਖੀ ਅਵਸਥਾ ਆ ਜਾਏਗੀ। ਸਹਿਜ ਅਵਸਥਾ ਕੀ ਹੈ? ਸਹਿਜ ਅਵਸਥਾ ਹੈ ਪਰਮੇਸ਼ਰ ਵੱਲ ਦੀ ਯਾਤਰਾ। ਜਿਸ ਸਿਮਰਤ ਦੁੱਖ ਜਾਏ ਸਹਿਜ ਸੁਖ ਪਾਈਏ, ਰੈਣ ਦਿਨਸ ਕਰ ਜੋੜ ਹਰ ਹਰ ਧਿਆਈਏ। ਕਹਿੰਦੇ ਰਾਤ ਦਿਨ ਮੈਕਸੀਮਮ, ਰਾਤ ਦਿਨ ਇਹ ਮੁਹਾਵਰਾ ਹੈਗਾ, ਰਾਤ ਦਿਨ ਥੋੜ੍ਹਾ ਨਾ ਆਪਾਂ ਨੇ ਸੌਣਾ ਵੀ ਹੈਗਾ, ਕੰਮ ਵੀ ਕਰਨੇ ਹੈਗੇ। ਮੈਕਸੀਮਮ ਜਿਹੜਾ ਹੈਗਾ, ਜੋ ਆਪਣਾ ਬੈਂਟ ਆਫ ਮਾਈਂਡ ਹੈਗਾ, ਜੋ ਆਪਣੇ ਅੰਦਰ ਜਿਹੜਾ ਹੈਗਾ, ਆਪਾਂ ਮੈਕਸੀਮਮ ਜਿਹੜੀ ਚੀਜ਼ 'ਤੇ ਆਪਾਂ ਦੁਨੀਆ ਦੇ ਵਿੱਚ ਜਿਹੜੀ ਚੀਜ਼ ਚੰਗੀ ਲੱਗਦੀ ਹੈ ਉਹ ਮੈਕਸੀਮਮ ਕਿਸੇ ਵੀ ਤਰੀਕੇ ਦੇ ਨਾਲ ਉਹਦੇ ਲਈ ਸਮਾਂ ਆਪਾਂ ਕੱਢ ਲੈਂਦੇ ਹਾਂ। ਉਹ ਚੀਜ਼ ਕਹਿ ਰਹੇ ਆ ਮਹਾਰਾਜ। ਬਾਣੀ ਪ੍ਰੈਕਟੀਕਲ ਹੈਗੀ ਆ। ਰਹਿਣ ਦਿਨਸ ਕਰ ਜੋੜ ਹਰ ਹਰ ਧਿਆਈਏ। ਬਸ ਕਹਿੰਦੇ ਆਹੀ ਕੰਮ ਕਰ ਪਿਆਰਿਆ, ਧਿਆਨ ਦੇ ਵਿੱਚ ਜਾ, ਧਿਆਨ ਦੇ ਵਿੱਚ ਜਾ। ਮੈਕਸੀਮਮ ਜਦ ਵੀ ਸਮਾਂ ਮਿਲਦਾ ਹੈ ਧਿਆਨ ਦੇ ਵਿੱਚ ਜਾ। ਕਰ ਜੋੜ, ਕਰ ਕੀ ਹੈਗੇ? ਮਨ ਨੇ ਤਾਂ ਯਾਤਰਾ ਕਰਨੀ ਹੈ। ਇਹ ਫਿਜ਼ੀਕਲ ਹੱਥ ਥੋੜ੍ਹੀ ਨਾ ਹੈਗੇ। ਇਹਦਾ ਮਤਲਬ ਜਿਹਦੇ ਹੱਥ ਨਹੀਂ ਹੈਗੇ ਤੇ ਉਹ ਤਾਂ ਵਿਚਾਰਾ ਫਿਰ ਤਾਂ ਉਹ ਤਾਂ ਕਰ ਹੀ ਨਹੀਂ ਸਕਦਾ ਧਿਆਨ। ਰਹਿਣ ਦਿਨਸ ਕਰ ਜੋੜ, ਕਰ ਕੀ ਹੈਗੇ? ਕਰ ਹੈਗੇ ਆਪਣੀ ਜਿਹੜੇ ਹੈਗੇ ਆ, ਜਿਹੜਾ ਹੈਗਾ ਮਨ ਔਰ ਚਿੱਤ। ਮਨ ਚਿੱਤ ਇੱਕ ਕਰ ਲਓ। ਰਹਿਣ ਦਿਨਸ ਕਰ ਜੋੜ ਹਰ ਹਰ ਧਿਆਈਏ। ਆਹ ਕੰਮ ਕਰ ਪਿਆਰਿਆ। ਨਾਨਕ ਕਾ ਪ੍ਰਭ ਸੋਏ ਜਿਸ ਕਾ ਸਭ ਕੋਏ। ਕਹਿੰਦੇ ਉਹਦੀ ਭਗਤੀ ਕਰ। ਮੇਰਾ ਤਾਂ ਉਹ ਮਾਲਕ ਪਰਮਾਤਮਾ ਹੈਗਾ ਜਿਹਦਾ ਸਾਰਾ ਕੁਛ ਹੈ, ਸਾਰਾ ਕੋਈ ਉਹਦੇ ਹੈਗੇ, ਸਾਰਾ ਕੁਛ ਉਹਦਾ ਹੈਗਾ। ਹੋਰ ਕਿਸੇ ਦੀ ਕਿਹਦੀ ਕਰੇਗਾ ਦੱਸ? ਹੋਰ ਹੈ ਕੌਣ? ਨਾਨਕ ਕਾ ਪ੍ਰਭ ਸੋਏ ਜਿਸ ਕਾ ਸਭ ਕੋਏ, ਸਰਬ ਰਿਹਾ ਭਰਪੂਰ ਸੱਚਾ ਸੱਚ ਸੋਏ। ਉਹ ਤਾਂ ਸੱਚਾ ਹੈਗਾ ਹਮੇਸ਼ਾ। ਉਹਦੀ ਸੋਭਾ ਸੱਚੀ ਹੈਗੀ। ਉਹ ਹਮੇਸ਼ਾ ਰਹਿਣ ਵਾਲਾ ਹੈਗਾ ਔਰ ਹਰ ਜਗ੍ਹਾ 'ਤੇ ਭਰਪੂਰ ਹੈਗਾ ਉਹ ਮਾਲਕ ਪਰਮਾਤਮਾ। ਰਹਾਓ ਅੰਤਰ ਬਾਹਰ ਸੰਗ ਸਹਾਈ ਗਿਆਨ ਜੋਗ, ਤਿਸੇ ਅਰਾਧ ਮਨਾ ਵਿਨਾਸੇ ਸਗਲ ਰੋਗ। ਕਹਿੰਦੇ ਤੇਰੇ ਅੰਦਰ ਵੀ ਹੈ, ਬਾਹਰ ਵੀ ਹੈ, ਹਰ ਜਗ੍ਹਾ 'ਤੇ ਸੰਗੀ ਹੈ, ਸਾਥੀ ਹੈਗਾ। ਹੁਣ ਇਹ ਗਿਆਨ ਯੋਗ ਕੀ ਹੋ ਗਿਆ? ਗਿਆਨ ਯੋਗ ਬਈ ਯੋਗ ਸਾਧਨਾ ਕਰਨੀ ਹੈ। ਗਿਆਨ ਯੋਗ ਕਿਹੜਾ ਗਿਆਨ ਯੋਗ ਹੋ ਗਿਆ? ਗਿਆਨ ਯੋਗ ਦਾ ਮਤਲਬ ਹੈ ਮਿੱਤਰਾ, ਜੇ ਗਿਆਨ ਲੈਣਾ ਹੈ ਨਾ ਤੇ ਪਰਮਾਤਮਾ ਦਾ ਗਿਆਨ ਲੈ। ਉਹ ਆ ਗਿਆਨ ਯੋਗ। ਕਿੱਥੇ ਤੂੰ ਜਿਹੜਾ ਹੈਗਾ ਇੱਧਰ ਉੱਧਰ ਜਿਹੜਾ ਹੈਗਾ ਸਮਾਂ ਬਰਬਾਦ ਕਰ ਰਿਹਾ ਹੈ। ਆਹ ਗਿਆਨ ਤਾਂ ਤੂੰ ਲਿਆ ਹੀ ਨਹੀਂ ਕਦੀ। ਜਿਹੜਾ ਗਿਆਨ ਯੋਗ ਹੈਗਾ, ਜਿਹੜਾ ਗਿਆਨ ਲੈਣ ਜੋਗਾ ਹੈਗਾ। ਯੋਗ ਮਤਲਬ ਜੋਗਾ। ਮਹਾਰਾਜ ਨੇ ਔਂਕੜ ਲਾਈ, ਕਹਿੰਦੇ ਯੋਗ ਦਾ ਮਤਲਬ ਇੱਥੇ ਯੋਗ ਸਾਧਨਾ ਨਹੀਂ ਹੈਗੀ। ਯੋਗ ਨੂੰ ਧਿਆਨ ਦੇ ਨਾਲ ਵਾਚ। ਇਹ ਕਾਹਦੇ ਵਾਸਤੇ ਲਿਖਿਆ ਹੋਇਆ ਹੈ? ਅੰਤਰ ਬਾਹਰ ਸੰਗ ਸਹਾਈ ਗਿਆਨ ਯੋਗ, ਤਿਸੇ ਆਰਾਧ ਮਨਾ ਵਿਨਾਸੇ ਸਗਲ ਰੋਗ। ਉਹ ਮੇਰੇ ਮਨਾ, ਮੇਰੇ ਜੀ, ਉਸ ਮਾਲਕ ਪਰਮਾਤਮਾ ਦੀ ਆਰਾਧਨਾ ਕਰ, ਤਾਂ ਉਹਦਾ ਸਿਮਰਨ ਕਰ। ਤੇਰੇ ਸਾਰੇ ਦੇ ਸਾਰੇ ਰੋਗ ਜਿਹੜੇ ਹੈਗੇ ਖਤਮ ਹੋ ਜਾਣਗੇ। ਰਾਖਨਹਾਰ ਅਪਾਰ ਰਾਖੈ ਅਗਨ ਮਾਹੇ। ਦੇਖ ਲਓ ਭਾਈ, ਪ੍ਰੈਕਟੀਕਲੀ ਦੇਖ ਲਓ। ਮਾਂ ਦੇ ਪੇਟ ਦੇ ਵਿੱਚ ਇੰਨੀ ਅੱਗ ਹੁੰਦੀ ਆ। ਖਾਣਾ ਜਿਹੜਾ ਹੈਗਾ ਦੇਖੋ, ਰਾਹ ਫੂਡ ਖਾਂਦੇ ਆ, ਐਪਲ ਵਗੈਰਾ ਜੋ ਵੀ ਚੀਜ਼ ਖਾਂਦੇ ਆ, ਉਹ ਅੰਦਰ ਜਾ ਕੇ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਕੁੱਕ ਹੋ ਜਾਂਦਾ। ਸਲੋ ਕੁਕਿੰਗ, ਸਲੋ ਪ੍ਰੈਸ਼ਰ ਕੁੱਕ। ਪ੍ਰੈਸ਼ਰ ਵੀ ਨਹੀਂ ਹੈ, ਸਲੋ ਕੁਕਿੰਗ ਹੋ ਜਾਂਦੀ ਹੈ। ਦੇਖ ਲਓ ਰਾਖਨਹਾਰ ਕਿੰਨੇ ਜਿਹੜੇ ਹੈਗੇ, ਕੱਚੀ ਚੀਜ਼ ਚੱਬ ਲਓ, ਉਹ ਕੁੱਕ ਹੋ ਜਾਂਦੀ ਹੈ। ਰਾਖਨਹਾਰ ਅਪਾਰ ਰਾਖੇ ਅਗਨ ਮਾਹੇ। ਉਸ ਅੱਗ ਦੇ ਵਿੱਚ ਬੱਚੇ ਨੂੰ ਰੱਖਦਾ ਹੈ। ਦੇਖ ਲਓ, ਉਹ ਉੱਥੇ ਪਰਵਰਿਸ਼ ਹੁੰਦੀ ਹੈ, ਉੱਥੇ ਹੀ ਸਾਰਾ ਕੁਛ, ਸਾਰੇ ਇਨਸਾਨ ਦੇ ਜਿਹੜੇ ਸਾਰੇ ਅੰਗ ਬਣਦੇ ਆ। ਰਾਖਨਹਾਰ ਅਪਾਰ, ਐਸਾ ਉਹ ਮਾਲਕ ਪਰਮਾਤਮਾ। ਕਹਿੰਦੇ ਮਾਲਕ ਨੂੰ ਮੰਨਦੀ ਨਹੀਂ ਹੈ, ਲੋਕੀ ਮੰਨਦੇ ਹੀ ਨਹੀਂ ਹੈ। ਉਹ ਤਾਂ ਅਪਾਰ ਆ ਭਾਈ, ਉਹਦਾ ਤਾਂ ਪਾਰਾਵਾਰ ਹੀ ਨਹੀਂ ਹੈ। ਉਹ ਤਾਂ ਅੱਗ ਦੇ ਵਿੱਚ ਵੀ ਰੱਖ ਲੈਂਦਾ ਹੈ ਭਾਈ। ਰਾਖਨਹਾਰ ਅਪਾਰ ਰਾਖੈ ਅਗਨ ਮਾਹੇ, ਸੀਤਲ ਹਰ ਹਰ ਨਾਮ ਸਿਮਰਤ ਤਪਤ ਜਾਏ। ਔਰ ਪਰਮੇਸ਼ਰ ਦਾ ਨਾਮ ਹੀ ਠੰਡਾ ਹੈ ਪਿਆਰਿਆ। ਜਪ ਲਏਗਾ, ਸਿਮਰਨ ਕਰ ਲਏਗਾ ਤੇ ਤੇਰੀ ਜਿਹੜੀ ਹੈਗੀ ਤਪਤ ਤ੍ਰਿਸ਼ਨਾ, ਤੇਰੀ ਆਦਿ ਵਿਆਧੀ ਉਪਾਧੀ ਜਿਹੜੀ ਹੈਗੀ, ਇਹ ਜਿਹੜੀ ਹੈਗੀ ਚਲੇ ਜਾਏਗੀ। ਇਹ ਤਾਪ ਚਲੇ ਜਾਣਗੇ। ਸੁਖ ਸਹਿਜ ਆਨੰਦ ਘਣਾ
ਨਾਨਕ ਜਨ ਧੂਰਾ, ਸੁਖ ਸਹਿਜ ਆਨੰਦ ਘਣਾ। ਕਹਿੰਦੇ ਸੁੱਖ ਹੈ, ਸਹਿਜ ਅਵਸਥਾ ਹੈਗੀ, ਵਿਚਾਰ ਜਿਹੜੇ ਹੈਗੇ ਨਹੀਂ ਆਉਂਦੇ, ਇਹ ਜਿਹੜੇ ਹੈਗੇ ਲਹਿਰਾਂ ਨਹੀਂ ਚੱਲਦੀਆਂ, ਘਣਾ ਆਨੰਦ ਹੈਗਾ। ਕਿੱਥੇ? ਨਾਨਕ ਜਨ ਧੂਰਾ, ਜਨ ਦੀ ਧੂੜੀ ਦੇ ਵਿੱਚ, ਨਾਨਕ ਜਨਾਂ ਦੀ ਧੂੜੀ ਦੇ ਵਿੱਚ। ਇੱਥੇ ਜਨ ਨੂੰ ਔਂਕੜ ਨਹੀਂ ਲੱਗੀ ਹੋਈ, ਪਾਰਟੀਕੂਲਰ ਜਨ ਦੀ ਗੱਲ ਨਹੀਂ ਕਰ ਰਹੇ ਮਹਾਰਾਜ। ਸੁਖ ਸਹਿਜ ਆਨੰਦ ਕਣਾ, ਨਾਨਕ ਜਨ ਧੂਰਾ, ਕਾਰਜ ਸਗਲੇ ਸਿੱਧ ਪਏ ਭੇਟਿਆ ਗੁਰ ਪੂਰਾ। ਇਹ ਤਾਂ ਕਹਿ ਰਹੇ ਮਹਾਰਾਜ, ਤਾਂ ਕਹਿ ਰਿਹਾ ਭਾਈ ਜਨ ਧੂੜ ਜਿਹੜੀ ਹੈਗੀ ਪੂਰਾ ਗੁਰੂ ਆ। ਕਾਰਜ ਸਗਲੇ ਸਿੱਧ ਪਏ, ਉਹਦੇ ਨਾਲ ਸਾਰੇ ਕਾਰਜ ਸਿੱਧ ਹੋਣੇ ਆ, ਪੂਰੇ ਗੁਰੂ ਦੇ ਨਾਲ ਭੇਟਣ ਦੇ ਨਾਲ, ਜਨ ਦੀ ਧੂੜ ਲੈਣ ਦੇ ਨਾਲ। ਇਹ ਜਨ ਦੀ ਧੂੜ ਕਿਹੜੀ ਮਿਲਦੀ ਹੈ? ਕਿਵੇਂ ਲੱਭਾਂਗੇ ਇਹ ਜਨ ਨੂੰ, ਇਹ ਜਨਾਂ ਨੂੰ, ਇਹ ਸਾਧੂਆਂ ਨੂੰ, ਇਹ ਜਿਨ੍ਹਾਂ ਦੀ ਧੂੜ ਚਾਹੀਦੀ ਆ ਆਪਾਂ ਨੂੰ? ਇਹਦੇ ਵਾਸਤੇ ਜਿਹੜਾ ਹੈਗਾ ਹੁਣ ਜਨ ਨੂੰ ਆਪਾਂ ਖੋਲੀਏ। ਇਹ ਕਬੀਰ ਸਾਹਿਬ ਦਾ ਇੱਕ ਸ਼ਬਦ ਆਉਂਦਾ ਹੈ, ਤੇਰਾ ਜਨ ਏਕ ਆਦ ਕੋਈ, ਤੇਰਾ ਜਨ ਏਕ ਆਦ ਕੋਈ। ਇਹ ਕੱਢ ਲੈਣਾ ਜੀ, ਤੱਤਾ ਜੱਜਾ ਤੇ ਈੜੀ ਤੇ ਐੜਾ, ਤੱਤਾ ਜੱਜਾ ਈੜੀ ਐੜਾ, ਤੇਰਾ ਜਨ ਏਕ ਆਦ ਕੋਈ। ਵਾਪਸ ਆਵਾਂਗੇ ਆਪਾਂ ਇੱਥੇ ਹੀ। ਇਹ 1123 ਅੰਗ ਦੇ ਉੱਤੇ ਹੈਗਾ, 1123। ਜੇ ਕਿਸੇ ਨੇ ਅੰਗ ਤੋਂ ਕੱਢਣਾ ਹੈ, ਕਿਦਾਰਾ ਰਾਗ ਦੇ ਵਿੱਚ ਹੈਗਾ, ਬਹੁਤ ਅੱਗੇ ਜਾ ਕੇ ਕਬੀਰ ਜੀ ਦੀ ਬਾਣੀ ਹੈ। ਰਾਗ ਕੇਦਾਰਾ, ਬਾਣੀ ਕਬੀਰ ਜੀਓ ਕੀ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਉਸਤਤ ਨਿੰਦਾ ਦੋ ਵਿਵਰਜਿਤ। ਲਓ, ਜਨ ਦੀ ਡੈਫੀਨੇਸ਼ਨ ਆ ਰਹੀ ਹੈ ਹੁਣ। ਕਹਿੰਦੇ ਉਸਤਤ ਨਿੰਦਾ ਦੋਨੋਂ ਵਿਵਰਜਿਤ ਆ, ਇਹ ਨਹੀਂ ਕਰਨਾ। ਨਾ ਕਿਸੇ ਦੀ ਉਸਤਤ ਕਰਨੀ ਹੈ ਤੇ ਨਾ ਕਿਸੇ ਦੀ ਨਿੰਦਾ ਕਰਨੀ ਹੈ, ਦੋਨੋਂ ਅਲਾਉਡ ਨਹੀਂ ਹੈਗੇ। ਜੇ ਜਨ ਬਣਨਾ ਹੈ ਤੇ ਆਹ ਚੀਜ਼ ਦੇਖ, ਉਸਤਤ ਨਿੰਦਾ ਦੋ ਵਿਵਰਜਿਤ, ਇਹ ਜਨ ਦੇ ਲੱਛਣ ਹੈਗੇ। ਉਸਤਤ ਨਿੰਦਾ ਦੋ ਵਿਵਰਜਿਤ, ਤਜੋ ਮਾਨ ਅਭਿਮਾਨਾ। ਲਓ, ਕਹਿੰਦੇ ਮਾਨ ਵੀ ਨਹੀਂ ਤੇ ਅਭਿਮਾਨ ਵੀ ਨਹੀਂ। ਕਿਸੇ ਨੇ ਜਿਹੜਾ ਹੈਗਾ ਮਾਨ ਕਰ ਦਿੱਤਾ, ਜਾਂ ਕਿਸੇ ਨੇ ਜਿਹੜਾ ਹੈਗਾ ਆਪਣੀ ਜਿਹੜੀ ਹੈਗੀ ਆ ਆਕੜ ਦਿਖਾਤੀ ਕਿਸੇ ਨੇ, ਉਹ ਵੀ ਨਹੀਂ ਕਰਨੀ ਪਾਈ। ਉਸਤਤ ਨਿੰਦਾ ਦੋ ਵਿਵਰਜਿਤ, ਤਜੋ ਮਾਨ ਅਭਿਮਾਨਾ। ਲੋਹਾ ਕੰਚਨ ਸਮ ਕਰ ਜਾਣੇ, ਤੇ ਮੂਰਤ ਭਗਵਾਨਾ। ਕਹਿੰਦੇ ਲੋਹਾ ਕੰਚਨ, ਸੋਨਾ ਤੇ ਲੋਹਾ ਦੋਨੋਂ ਇੱਕ ਬਰਾਬਰ, ਮਾਇਆ ਦੀ ਪਕੜ ਬਿਲਕੁਲ ਨਹੀਂ। ਲੋਹਾ ਕੰਚਨ ਸਮ ਕਰ ਜਾਣੇ, ਤੇ ਮੂਰਤ ਭਗਵਾਨਾ। ਕਹਿੰਦੇ ਉਹ ਜਨ ਤਾਂ ਭਗਵਾਨ ਦੀ ਮੂਰਤ ਆ ਭਾਈ, ਉਹ ਆ ਜਨ। ਉਸਤਤ ਨਿੰਦਾ ਦੋ ਵਿਵਰਜਿਤ, ਤਜੋ ਮਾਨ ਅਭਿਮਾਨਾ। ਲੋਹਾ ਕੰਚਨ ਸਮ ਕਰ ਜਾਣੇ, ਤੇ ਮੂਰਤ ਭਗਵਾਨਾ। ਕਹਿੰਦੇ ਮਾਨ ਅਭਿਮਾਨਾ ਕੀ ਆ? ਕਿਸੇ ਨੇ ਜਿਹੜੀ ਹੈਗੀ ਆ ਮਾਨ ਕਰਤਾ, ਕਿਸੇ ਨੇ ਜਿਹੜਾ ਹੈਗਾ ਆਕੜ ਗਿਆ ਅਗਲਾ, ਨਿੰਦਾ ਆਪਣੀ ਬੇਇੱਜ਼ਤੀ ਕਰ ਦਿੱਤੀ। ਕਹਿੰਦੇ ਇਹ ਵੀ ਛੱਡ ਦੇ, ਤੇਰੇ 'ਚ ਕੋਈ ਅਸਰ ਨਹੀਂ ਹੋਣਾ ਚਾਹੀਦਾ। ਉਸਤਤ ਨਿੰਦਾ ਦੋ ਵਿਵਰਜਿਤ, ਤਜੋ ਮਾਨ ਅਭਿਮਾਨਾ। ਲੋਹਾ ਕੰਚਨ ਸਮ ਕਰ ਜਾਣੇ, ਤੇ ਮੂਰਤ ਭਗਵਾਨਾ। ਤੇਰਾ ਜਨ ਏਕ ਆਦ ਕੋਈ। ਕਹਿੰਦੇ ਬਹੁਤ ਰੇਅਰ ਹੁੰਦਾ ਹੈ ਭਾਈ ਇਹ ਜਨ, ਇਹ ਬ੍ਰਹਮ ਗਿਆਨੀ, ਇਹ ਗੁਰੂ, ਇਹ ਸਤਿਗੁਰੂ ਬਹੁਤ ਰੇਅਰ ਹੁੰਦੇ। ਜ਼ਰੂਰ ਹੈਗੇ ਆ, ਨਹੀਂ ਹੋਣਗੇ ਤੇ ਫਿਰ ਮਕਸਦ ਖਤਮ ਹੋ ਜਾਂਦਾ ਪਰਮਾਤਮਾ ਦਾ ਇਹ ਗੇਮ ਪਾਉਣ ਦਾ। ਤੇਰਾ ਜਨ ਏਕ ਆਦ ਕੋਈ, ਕਾਮ ਕ੍ਰੋਧ ਲੋਭ ਮੋਹ ਵਿਵਰਜਿਤ। ਲਓ, ਟੋਟਲ ਦੇਖ ਲਓ, ਸਾਰੀ ਚੀਜ਼ ਵਿਵਰਜਿਤ ਕਰ ਰਹੇ ਮਹਾਰਾਜ। ਕਾਮ ਕ੍ਰੋਧ ਲੋਭ ਮੋਹ ਵਿਵਰਜਿਤ, ਹਰ ਪਦ ਚੀਨੈ ਸੋਈ ਰਹਾਓ।
ਕਹਿੰਦੇ ਆਹ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ ਇਹਨਾਂ ਨੂੰ ਆਪਣੇ ਕੰਟਰੋਲ 'ਚ ਹੈਗਾ, ਜਿਹਦੇ ਹਰ ਪਦ ਚੀਨੈ ਸੋਈ, ਉਹੀ ਜਿਹੜਾ ਹੈਗਾ ਚੌਥੇ ਪਦ ਦੇ ਵਿੱਚ ਜਿਹੜਾ ਹੈਗਾ ਮਾਲਕ ਪਰਮਾਤਮਾ ਨੂੰ ਭੇਟਦਾ ਹੈ ਭਾਈ। ਉਹੀ ਪ੍ਰਕਿਰਤੀ ਦੀ ਕੈਦ 'ਚੋਂ ਬਾਹਰ ਹੁੰਦਾ ਹੈ, ਉਹੀ ਸਤਿਗੁਰੂ ਹੈ, ਉਹੀ ਬ੍ਰਹਮ ਗਿਆਨੀ ਹੈਗੇ, ਉਹੀ ਗੁਰੂ ਹੈਗੇ, ਉਹੀ ਸਾਧ ਹੈਗੇ ਜਿਹੜੇ ਸਾਧ ਕੀ ਮਹਿਮਾ ਜਿਹੜੀ ਸੁਖਮਨੀ ਸਾਹਿਬ 'ਚ ਆਉਂਦਾ ਹੈ, ਬ੍ਰਹਮ ਗਿਆਨੀ ਦੀ ਇੱਕ ਅਸ਼ਟਪਦੀ ਆਉਂਦੀ। ਤੇਰਾ ਜਨ ਏਕ ਆਦ ਕੋਈ, ਕਾਮ ਕ੍ਰੋਧ ਲੋਭ ਮੋਹ ਵਿਵਰਜਿਤ, ਹਰ ਪਦ ਚੀਨੈ ਸੋਈ ਰਹਾਓ। ਰਜ ਗੁਣ ਤਮ ਗੁਣ ਸਤ ਗੁਣ ਕਹੀਏ ਇਹ ਤੇਰੀ ਸਭ ਮਾਇਆ। ਲਓ ਦੇਖ ਲਓ ਭਾਈ, ਸਤੋਗੁਣ ਵੀ ਦੇਖ ਲਓ, ਸਤੋਗੁਣ ਵੀ ਵਿੱਚੇ ਲੈ ਦੇ ਮਹਾਰਾਜ ਨੇ। ਦੁਨੀਆ ਦਾ ਭਲਾ ਕਰਨਾ, ਦੂਸਰਿਆਂ ਦਾ ਭਲਾ ਕਰਨਾ ਜਿਹੜਾ ਹੈਗਾ, ਦੂਸਰਿਆਂ ਦੇ ਵਾਸਤੇ ਜਿਹੜਾ ਹਮੇਸ਼ਾ ਖਿਆਲ ਕਰਨਾ, ਸਤੋਗੁਣ ਹੀ ਹੈਗੇ ਬਈ। ਕਿਸੇ ਦਾ ਮਾੜਾ ਨਹੀਂ ਕਰਨਾ, ਕਿਸੇ ਨੂੰ ਹਰਟ ਨਹੀਂ ਕਰਨਾ। ਕਹਿੰਦੇ ਇਹ ਮਾਇਆ ਦੇ ਵਿੱਚ ਹੀ ਇਹ ਮਾਇਆ, ਇਹਦਾ ਜਿਹੜਾ ਫਲ ਹੈ ਇਹਦੇ ਇਹ ਨਹੀਂ ਕਿ ਇਹਦੇ ਨਾਲ ਜਿਹੜਾ ਹੈਗਾ ਆਪਾਂ ਨੂੰ ਜੂਨਾ ਚਲੇ ਜਾਣਗੇ, ਨਹੀਂ। ਕਹਿੰਦੇ ਇਹ ਜਿਹੜਾ ਹੈਗਾ ਤੂੰ ਪ੍ਰਕਿਰਤੀ ਦੀ ਕੈਦ 'ਚ ਹੀ ਰਹੇਗਾ, ਇਹਦਾ ਫਲ ਮਿਲੇਗਾ ਤੈਨੂੰ, ਵਧੀਆ ਫਲ ਮਿਲੇਗਾ ਇਹਦਾ। ਪਰ ਇਹ ਜਿਹੜੀ ਹੈ ਮਾਇਆ ਹੈਗੀ ਮਾਲਕ ਦੀ। ਇਹ ਗੁਣ ਜਿਹੜੇ ਪਰਮਾਤਮਾ ਇਹਨਾਂ ਤੋਂ ਉੱਪਰ ਹੈਗਾ। ਰਜ ਗੁਣ ਤਮ ਗੁਣ ਉਹ ਜਿਹੜਾ ਹੈਗਾ ਪਰਮਾਤਮਾ ਜਿਹੜਾ ਹੈਗਾ ਉਹ ਕਰਮਾਂ ਤੋਂ ਉੱਪਰ ਹੈਗਾ। ਔਰ ਬ੍ਰਹਮ ਗਿਆਨੀ ਜਿਹੜੇ ਹੁੰਦੇ ਆ, ਤੇਰੇ ਜਨ ਹੁੰਦੇ ਜਿਹੜੇ, ਉਹ ਵੀ ਕਰਮਾਂ ਦੇ ਫਲ ਤੋਂ, ਇਹ ਕਰਮ ਤੋਂ ਉੱਪਰ ਹੁੰਦੇ ਆ। ਉਹਨਾਂ ਦੇ ਕਰਮਾਂ ਦਾ ਫਲ ਨਹੀਂ ਹੁੰਦਾ। ਰਜ ਗੁਣ ਤਮ ਗੁਣ ਸਤ ਗੁਣ ਕਹੀਏ ਇਹ ਤੇਰੀ ਸਭ ਮਾਇਆ, ਚੌਥੇ ਪਦ ਕੋ ਜੋ ਨਰ ਚੀਨਹਿ ਤਿਨਹੀ ਪਰਮ ਪਦ ਪਾਇਆ। ਆਇਆ ਭਾਈ ਤੇਰਾ ਜਨ, ਚੌਥੇ ਪਦ। ਚੌਥਾ ਪਦ ਕੀ ਹੈ? ਮਾਲਕ ਪਰਮਾਤਮਾ ਨੂੰ ਚੀਨਣਾ, ਉਹ ਚੌਥਾ ਪਦ ਹੈਗਾ। ਤਿੰਨ ਜਿਹੜੇ ਹੈਗੇ ਰਜੋ ਗੁਣ ਤਮੋ ਗੁਣ ਸਤੋ ਗੁਣ, ਇਹਦੇ ਵਿੱਚ ਆਪਾਂ ਮਾਇਆ ਦੇ ਵਿੱਚ ਪ੍ਰਕਿਰਤੀ ਦੇ ਗੁਣ ਹੈਗੇ, ਪ੍ਰਕਿਰਤੀ ਦੇ ਵਿੱਚ ਰਵਾਂਗੇ, ਇਹਨਾਂ ਦੇ ਨਾਲ ਪ੍ਰਕਿਰਤੀ ਦੇ ਵਿੱਚ ਹੀ ਰਵਾਂਗੇ। ਤੇ ਚੌਥੇ ਪਦ ਨੂੰ ਚੀਨਣਾ ਹੈ ਤੇ ਭਾਈ ਭਗਤੀ ਕਰਨੀ ਪਊਗੀ। ਫਿਰ ਹੋਇਆ ਚੌਥਾ ਪਦ ਵੀ ਮਾਲਕ ਪਰਮਾਤਮਾ ਜਿਹੜਾ ਪ੍ਰਕਿਰਤੀ ਦੇ ਪਿੱਛੇ ਹੈਗਾ ਉਹਨੂੰ ਜਾਣਨਾ, ਚੌਥਾ ਪਦ ਕਹਿੰਦੇ ਆ। ਤਿੰਨ ਦੇ ਬਾਅਦ ਚਾਰ ਨੰਬਰ ਆਉਂਦਾ ਹੈ, ਤਿੰਨ ਦੇ ਬਾਅਦ ਚਾਰ ਹੀ ਆਉਂਦਾ, ਇਸ ਲਈ ਉਹਨੂੰ ਚੌਥਾ ਪਦ ਕਹਿਤਾ। 1 2 3 ਮਾਇਆ ਦੇ ਗੁਣ, ਚੌਥਾ ਪਦ ਆ ਗਿਆ। ਹਾਂਜੀ ਓਕੇ। ਰਜ ਗੁਣ ਤਮ ਗੁਣ ਸਤ ਗੁਣ ਕਹੀਏ ਇਹ ਤੇਰੀ ਸਭ ਮਾਇਆ, ਚੌਥੇ ਪਦ ਕੋ ਜੋ ਨਰ ਚੀਨਹਿ ਤਿਨਹਿ ਪਰਮ ਪਦ ਪਾਇਆ। ਉਸੇ ਨੇ ਪਾਏ, ਉਸੇ ਨੇ ਪਰਮ ਪਦ ਕੀ ਹੈਗਾ? ਬਣ ਗਿਆ ਹਰ ਜਨ, ਬਣ ਗਿਆ ਜਨ, ਬਣ ਗਿਆ ਗੁਰੂ। ਚੌਥੇ ਪਦ ਕੋ ਜੋ ਨਰ ਚੀਨਹਿ, ਨਰ ਨੇ ਚੀਨਣਾ ਹੈ ਭਾਈ। ਇਹ ਸਿਰਫ ਇਨਸਾਨ ਜਿਹੜਾ ਹੈਗਾ, ਇਨਸਾਨ ਦੇ ਜਾਮੇ 'ਚ ਚੌਥਾ ਪਦ ਮਿਲ ਸਕਦਾ ਹੈ। ਇੱਥੋਂ ਸਰਟੀਫਾਈ ਹੋ ਰਿਹਾ ਹੈ। ਦੇਖੋ ਇਹ ਚੀਜ਼, ਰਜ ਗੁਣ ਤਮ ਗੁਣ ਸਤ ਗੁਣ ਕਹੀਏ ਇਹ ਤੇਰੀ ਸਭ ਮਾਇਆ, ਚੌਥੇ ਪਦ ਕੋ ਜੋ ਨਰ ਚੀਨਹਿ ਤਿਨਹਿ ਪਰਮ ਪਦ ਪਾਇਆ। ਉਹਨਾਂ ਨਹੀਂ ਪਾਈ ਸਭ ਤੋਂ ਉੱਚੀ ਅਵਸਥਾ। ਪਰਮ ਪਦ ਕੀ ਹੈ? ਮਾਲਕ ਪਰਮਾਤਮਾ ਦੇ ਨਾਲ ਉਹਦਾ ਸਾਥ ਹੋ ਗਿਆ। ਇਹ ਕੈਦ ਚੋਂ ਬਾਹਰ ਆ ਗਿਆ, ਇਹ ਕੈਦ ਚੋਂ ਉੱਪਰ ਹੋ ਗਿਆ, ਪ੍ਰਕਿਰਤੀ ਦੀ ਕੈਦ ਚੋਂ ਉੱਪਰ ਹੋ ਗਿਆ। ਉਹ ਤਾਂ ਮਾਲਕ ਪਰਮਾਤਮਾ ਦਾ ਰੂਪ ਹੋ ਗਿਆ ਭਾਈ। ਤੀਰਥ ਵਰਤ ਨੇਮ ਸੁਚ ਸੰਜਮ ਸਦਾ ਰਹਿ ਨਹਿ ਕਾਮਾ। ਦੇਖੋ ਕੀ ਕਹਿ ਰਹੇ ਮਹਾਰਾਜ, ਕਹਿੰਦੇ ਭਾਈ ਇਹ ਜਿਹੜੇ ਹੈਗੇ ਇਹ ਕਰਮ ਕਾਂਡ ਹੈਗੇ। ਤੀਰਥ ਵਰਤ ਨੇਮ ਸੁਚ ਸੰਜਮ, ਸੁਚਮ ਸੰਜਮ ਸਦਾ ਰਹਿ ਨਹਿ ਕਾਮਾ। ਕਹਿੰਦੇ ਇਹਨਾਂ ਤੋਂ ਇਹਨਾਂ ਦੇ ਨਾਲ ਜਿਹੜੇ ਸਹਾਇਕ ਹੋ ਸਕਦੇ ਆ, ਪਰ ਇਹ ਜਿਹੜੇ ਹੈਗੇ ਇਹ ਟਾਰਗੇਟ ਨਹੀਂ ਹੈਗੇ। ਇਹਨਾਂ ਦੇ ਨਾਲ ਉਹ ਟਾਰਗੇਟ ਅਚੀਵ ਨਹੀਂ ਹੋਣਾ ਇਹਨਾਂ ਦੇ ਨਾਲ। ਤੀਰਥ ਵਰਤ ਨੇਮ ਸੁਚ ਸੰਜਮ ਸਦਾ ਰਹੇ ਨੇਕਾਮਾ, ਨੇਕਾਮ ਰਹੇ ਇਹਨਾਂ ਤੋਂ, ਨਹੀਂ ਤਾਂ ਜਿਹੜਾ ਇਹਨਾਂ ਨੇ ਖਾ ਜਾਣਾ ਸਮਾਂ। ਤੀਰਥ ਵਰਤ ਨੇਮ ਸੁਚ ਸੰਜਮ ਸਦਾ ਰਹੇ ਨੇਕਾਮਾ, ਤ੍ਰਿਸ਼ਨਾ ਔਰ ਮਾਇਆ ਪ੍ਰਮ ਚੂਕਾ
ਚਿਤਵਤ ਆਤਮ ਰਾਮਾ, ਆ ਕੰਮ ਕਰੇ। ਚਿਤਵਤ ਆਤਮ ਰਾਮਾ, ਆਤਮਾ ਵੱਲ ਨੂੰ ਗਤੀ ਕਰੇ। ਆਤਮਾ ਦੇ ਵਿੱਚ ਰਾਮ ਆ, ਆਤਮਾ ਹੀ ਰਾਮ ਆ। ਚੇਤੇ ਕਰੇ, ਚਿੱਤ ਉਹ ਧਿਆਨ ਸਿਮਰਨ, ਉਹ ਯਾਤਰਾ ਕਰੇ। ਤ੍ਰਿਸ਼ਨਾ ਔਰ ਮਾਇਆ ਭਰਮ ਚੁਕਾ, ਇਹਦੇ ਨਾਲ ਤ੍ਰਿਸ਼ਨਾ ਜਾਣੀ ਆ ਔਰ ਮਾਇਆ ਜੋ ਭਰਮ ਪਾਇਆ ਮਾਲਕ ਪਰਮਾਤਮਾ ਨੇ, ਜੋ ਚੋਗਾ ਪਾਇਆ, ਜੋ ਖੇਡ ਪਾਈ ਹੋਈ ਆ, ਇਹ ਜੋ ਮਾਇਆ ਜਿਹੜੀ ਆਪਾਂ ਨੂੰ ਬਿਲਕੁਲ ਅਸਲੀ ਤੋਂ ਅਸਲੀ ਲੱਗਦੀ ਆ ਪਾਏ, ਇਹ ਚਿਲ ਮਿਲ ਵਿਸਿਆਰ ਦੁਨੀਆ ਫਾਨੀ। ਤ੍ਰਿਸ਼ਨਾ ਔਰ ਮਾਇਆ ਭਰਮ ਚੁਕਾ, ਚਿਤਵਤ ਆਤਮ ਰਾਮਾ। ਆਹ ਕਾਰਵਾਈ ਕਰਨੀ ਹੈ, ਉੱਪਰਲੀ ਕਾਰਵਾਈ ਛੱਡਣੀ ਹੈ। तीर्थ बर्त नेम सुच संजम सदा रहने कामा। कबीर जी कह रहे भाई, तृष्णा और माया परम चूका, चितवत आत्म रामा। जे मंदर दीपक प्रगासिया, अंधकार तह नासा। जिस भी घर दे विच दीवा जग जाएगा, नेरा किमें रहेगा भाई। और जिस इंसान दे अंदर आ दीवा जग गया पाए, ये ज्ञान दा ध्यान दा, ਤੇ ਉੱਥੇ ਹਨੇਰਾ ਕਿਵੇਂ ਰਹੇਗਾ। ਅੰਧਕਾਰ ਤੇ ਤਹਿਨਾਸਾ। ਨਿਰਭਉ ਪੂਰ ਰਹੇ ਭ੍ਰਮ ਚੂਕਾ। ਨਿਰਭਉ ਹੈ, ਨਿਰਭਉਪੂਰ। ਉਹ ਨਿਰਭਉ ਕੌਣ ਆ? ਉਹ ਮਾਲਕ ਪਰਮਾਤਮਾ। ਪੂਰਨ ਆ ਉਹ ਮਾਲਕ ਪਰਮਾਤਮਾ। ਬਸ ਉਹਦੇ ਵਿੱਚ ਉਹਦਾ ਰੂਪ ਹੋ ਜਾਂਦੇ ਆ, ਭਰਮ ਨੱਠ ਜਾਂਦਾ ਹੈ। ਕਹੈ ਕਬੀਰ ਜਨ ਦਾਸਾ। ਕਬੀਰ ਜੀ ਕਹਿੰਦੇ ਆ ਪਿਆਰਿਆ ਜਨ, ਆਇਆ ਦਾਸ ਉਸ ਮਾਲਕ ਪਰਮਾਤਮਾ ਦੇ। ਇਹਨਾਂ ਨੂੰ ਆਇਆ ਜਨ, ਤੇਰਾ ਜਨ ਏਕ ਆਦ ਕੋਈ। ਆਇਆ ਜਨ ਪਾਏ, ਜਿਨ੍ਹਾਂ ਦਾ ਭਰਮ ਦੂਰ ਹੋ ਗਿਆ, ਜਿਹੜੇ ਉਹ ਨਿਰਭਉ ਮਾਲਕ ਪਰਮਾਤਮਾ ਦੇ ਵਿੱਚ ਇੱਕਮਿਕ ਹੋ ਗਏ। ਜੇ ਮੰਦਰ ਦੀਪਕ ਪ੍ਰਗਾਸਿਆ, ਅੰਧਕਾਰ ਤਹਿ ਨਾਸਾ। ਜਿਹਦੇ ਹਨੇਰਾ ਹੀ ਨਹੀਂ ਹੈਗਾ ਜਿਹਦੇ ਅੰਦਰ। ਨਿਰਭਉ ਪੂਰ ਰਹੇ ਭ੍ਰਮ ਭਾਗਾ। ਨਿਰਭਉ ਕੌਣ ਹੈ? ਪਰਮਾਤਮਾ। ਪੂਰਨ ਹੈ ਪਰਮਾਤਮਾ। ਉਹ ਪਰਮਾਤਮਾ ਉਹਨਾਂ ਦੇ ਅੰਦਰ ਜਿਹੜਾ ਹੈਗਾ, ਉਹ ਆਤਮਾ ਦੇ ਵਿੱਚ ਯਾਤਰਾ ਹੈ ਉਹਨਾਂ ਦੀ। ਨਿਰਭਉ ਪੂਰ ਰਹੇ ਭ੍ਰਮ ਭਾਗਾ, ਕਹਿ ਕਬੀਰ ਜਨ ਦਾਸਾ। ਉਹ ਹੈ ਜਨ, ਉਹ ਹੈ ਦਾਸ, ਉਹ ਹੈ ਬ੍ਰਹਮ ਗਿਆਨੀ। ਇਹ ਕਬੀਰ ਜੀ ਦਾ ਸ਼ਬਦ ਸੀਗਾ। ਇਹ ਲੜੀ ਹੈਗੀ ਹੈ, ਥੋੜ੍ਹੀ ਜਿਹੀ ਹੋਊਗੀ, ਇਹ ਲੜੀ ਲਈ ਹੈ ਆਪਾਂ। ਅਗਲਾ ਸ਼ਬਦ ਕਬੀਰ ਜੀ ਦਾ 1123 ਅੰਗ ਦੇ ਉੱਤੇ ਹੀ। ਕਿਨਹੀ ਬੰਜਲ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ। ਹੁਣ ਇਹ ਕਾਂਸੇ ਕਾ ਕਹਿਆ ਤੇ ਤਾਂਬਾ ਤੇ ਲੌਂਗ ਤੇ ਸੁਪਾਰੀ, ਇਹ ਜਿਹੜੇ ਪਦਾਰਥਾਂ ਦੀ ਗੱਲ ਕਰ ਰਹੇ ਕਬੀਰ ਜੀ। ਕਹਿੰਦੇ ਦੁਨੀਆ ਦੇ ਵਿੱਚ ਆ ਕੇ ਲੋਕੀ ਮੈਜੋਰਿਟੀ ਜਿਹੜੀ ਹੈਗੀ ਦੁਨੀਆ ਦੇ ਵਿੱਚ ਜਿਹੜੇ ਹੈਗੇ, ਉਹਨਾਂ ਦਾ ਮਨੁੱਖੀ ਸਰੀਰ ਜਿਹੜਾ ਹੈਗਾ, ਇਹ ਮਾਇਆ ਪਦਾਰਥ, ਇਹਨਾਂ ਦੇ ਧਨ ਦੌਲਤ ਇਹਨਾਂ ਨੂੰ ਹੀ ਬਣਜਣ ਦੇ ਵਿੱਚ ਚਲੇ ਜਾਂਦਾ ਹੈ ਭਾਈ। ਉਹ ਜਿਹੜੇ ਹੈਗੇ ਮਾਇਆ ਦੀ ਯਾਤਰਾ ਕਰਦੇ ਆ, 3 ਗੁਣਾਂ ਦੀ ਯਾਤਰਾ ਕਰਦੇ ਆ। ਜੋ ਦਿਸ ਰਿਹਾ ਆਕਾਰ ਪਦਾਰਥ ਸਵਾਦ ਚੋਗਾ, ਉਸੇ ਦੇ ਵਿੱਚ ਜਨਮ ਆਪਣਾ ਗੁਜ਼ਾਰ ਦਿੰਦੇ ਆ। ਕਿਨਹੀ ਬਣ ਜਾ। ਹੋਰ ਕੋਈ ਜਿਹੜਾ ਕਾਂਸੀ ਤਾਂਬਾ ਜਾਂ ਲੌਂਗ ਸੁਪਾਰੀ ਦੀ ਗੱਲ ਨਹੀਂ ਹੋ ਰਹੀ ਇੱਥੇ। ਕਿਨਹੀ ਬਣ ਜਾ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ। ਸੰਤੋਹ ਬਣ ਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਕਹਿੰਦੇ ਸੰਤ ਕੀ ਕਰਦੇ ਆ? ਸਾਧਨਾ ਕਰਨ ਵਾਲੇ ਕੀ ਕਰਦੇ ਆ? ਕਹਿੰਦੇ ਪਰਮੇਸ਼ਰ ਦਾ ਨਾਮ ਵੰਡਦੇ ਆ ਭਾਈ। ਆਇਆ ਉਹਨਾਂ ਦੀ ਖੇਪ, ਆਇਆ ਉਹ ਲੈ ਕੇ ਜਾਂਦੇ ਜਿਹੜੇ ਹੈਗੇ ਦੁਨੀਆ ਦੇ ਵਿੱਚ। ਆਏ ਕੁਛ ਲੈ ਕੇ ਜਾਣਾ ਹੈ ਆਪਾਂ ਨੇ। ਸਵਾਸ ਦਿੱਤੇ ਹੈ, ਸਰੀਰ ਦਿੱਤਾ ਹੈ ਆਪਾਂ ਨੂੰ ਮਾਲਕ ਨੇ। ਇੱਥੇ ਭੇਜਿਆ ਹੈ ਦੁਨੀਆ ਦੇ ਵਿੱਚ, ਬਿਜ਼ਨਸ ਕਰਨ ਦੇ ਵਾਸਤੇ ਭੇਜਿਆ ਆਪਾਂ ਨੂੰ। ਮਨੁੱਖੀ ਸਰੀਰ ਹੈ ਆਪਣੇ ਕੋਲ, ਉੱਥੇ ਪੁੱਛਣਾ ਹੈ ਉਹਨੇ, ਬਈ ਇੰਨੇ ਸਵਾਸ, ਇੰਨੀ ਉਮਰ 'ਚ 60 70 80 90 100 ਸਾਲ ਜੀ ਕੇ ਆਇਆ ਤੂੰ, ਤੇ 10 ਪਿਆਰਿਆ ਇੰਨੇ ਸਵਾਸ ਦਿੱਤੇ ਸੀਗੇ, ਤੇ ਤੂੰ ਕੀ ਲੈ ਕੇ ਆਇਆ? ਦਿਖਾ ਤਾਂ ਸਹੀ, ਖੋਲ ਤਾਂ ਸਹੀ ਆਪਣਾ ਬੈਗ, ਖੋਲ ਤਾਂ ਸਹੀ ਆਪਣੀ ਪਿਟਾਰੀ। किन्हीं बन जिया कांसी तांबा, किन्हीं लौंग सुपारी, संतोह बन जिया नाम गोविंद का, ऐसी खेप हमारी। आ खेप चाहिए है पाई। हर के नाम के व्यापारी, ਆਪਾਂ व्यापारी हैं नाम दे वास्ते, नाम ਦਾ व्यापार करने वास्ते आए हैं भाई। हीरा हाथ चढ़िया निर्मोलक, छूट गई संसारी।
ਆਇਆ ਹੀਰਾ ਨਿਰਮੋਲਕ, ਇਹਦੀ ਕੀਮਤ ਹੀ ਨਹੀਂ ਪਾ ਸਕਦਾ ਕੋਈ। ਪਰਮੇਸ਼ਰ ਦਾ ਨਾਮ ਆ ਧਨ, ਇਹਦੇ ਨਾਲ ਜਿਹੜੇ ਹੈਗੇ 3 ਗੁਣ ਸੰਸਾਰ ਜਿਹੜਾ ਹੈ ਆਦਿ ਵਿਆਦੀ ਉਪਾਧੀ ਜਾਂ ਰਜਗੁਣ ਧਨ 7 ਗੁਣ ਜਿਹੜਾ ਰਜ ਕੀ ਹੈ ਤਮ ਗੁਣ ਰਜ ਗੁਣ 7 ਗੁਣ, ਇਹ ਮਾਇਆ ਛੁੱਟਦੀ ਹੈ ਭਾਈ ਇਹਦੇ ਨਾਲ, ਪਰਮੇਸ਼ਰ ਦੇ ਨਾਮ ਦੇ ਵਪਾਰ ਦੇ ਨਾਲ। ਹਰ ਕੇ ਨਾਮ ਕੇ ਵਿਆਪਾਰੀ, ਹੀਰਾ ਹਾਥ ਚੜਿਆ ਨਿਰਮੋਲਕ, ਛੂਟ ਗਈ ਸੰਸਾਰੀ ਰਹਾਓ। ਸਾਚੇ ਲਾਏ ਤਉ ਸੱਚ ਲਾਗੇ। ਦੇਖ ਲਓ ਭਾਈ, ਲਾਉਣਾ ਮਾਲਕ ਨੇ ਆ ਤਾਂ ਸੱਚ ਦੇ ਨਾਲ ਲੱਗਦਾ ਹੈ ਕੋਈ ਇਹ ਸੱਚਾ ਵਪਾਰ ਹੈਗਾ। ਸਾਚੇ ਕੇ ਵਿਵਹਾਰੀ, ਉਹਨਾਂ ਦਾ ਵਿਵਹਾਰ ਕੀ ਹੁੰਦਾ? ਆ ਵਣਜ ਕਰਨ ਦਾ ਵਿਵਹਾਰ ਹੁੰਦਾ ਹੈ। ਕਹਿੰਦੇ ਭਾਈ ਤੁਹਾਡਾ ਕੀ ਵਿਵਹਾਰ ਆ, ਕੀ ਰੂਟੀਨ ਆ ਤੁਹਾਡਾ, ਕੀ ਕਰਦੇ ਹੋ ਤੁਸੀਂ? ਕਹਿੰਦੇ ਆਹ ਕਰਦੇ ਆ ਭਾਈ, ਸੱਚ ਦੇ ਨਾਲ ਲੱਗੇ ਹੋਏ ਆ। ਔਰ ਲਾਏ ਕਿਹਨੇ? ਮਾਲਕ ਨੇ ਲਾਏ। ਮਾਲਕ ਕਿਹਨੂੰ ਲਾ ਦਿੰਦਾ ਹੈ? ਮਾਲਕ ਉਹਨੂੰ ਲਾਉਂਦਾ ਜਿਹੜਾ ਲੱਗਣਾ ਚਾਹੁੰਦਾ ਹੈ, ਜਿਹੜਾ ਇਹ ਵਪਾਰ ਕਰਨਾ ਚਾਹੁੰਦਾ ਹੈ। ਸਾਚੇ ਲਾਏ ਤਉ ਸੱਚ ਲਾਗੇ, ਸਾਚੇ ਕੇ ਵਿਵਹਾਰੀ ਤਉ ਤਾਂ, ਸਾਚੀ ਵਸਤ ਕੇ ਪਹਾੜ ਚਲਾਏ, ਪਹੁੰਚੇ ਜਾਏ ਭੰਡਾਰੀ। ਲਓ ਲੈ ਗਏ, ਕਹਿੰਦੇ ਪਾਰ ਲੱਦ ਕੇ ਲੈ ਗਏ, ਨਾਮ ਵਾਲੀ ਵਸਤੂ ਵਿਆਜ ਕੇ ਲੈ ਗਏ, ਧਨ ਪਾਇਓ ਹਰ ਨਾਮ, ਅਸਲੀ ਧਨ ਲੈ ਗਏ, ਪਾਰ ਲੱਦ ਕੇ ਲੈ ਗਏ। ਕਹਿੰਦੇ ਪਹੁੰਚੇ ਜਾਏ, ਇਹ ਨਾਲ ਜਾਣ ਵਾਲੀ ਚੀਜ਼ ਹੈਗੀ। ਪਹੁੰਚੇ ਜਾਏ ਭੰਡਾਰੀ, ਪਹੁੰਚ ਕੇ ਭੰਡਾਰੀ ਦੇ ਕੋਲ ਪਾਏ ਜਿੱਥੋਂ ਨਿਕਲੇ ਸੀ। ਜਿਹੜਾ ਭੰਡਾਰੀ ਸੀਗਾ ਮਾਲਕ ਪਰਮਾਤਮਾ ਸੀਗਾ, ਸ਼ਾਹੂਕਾਰ, ਉਹਦੇ ਕੋਲ ਜਾ ਕੇ ਪਹੁੰਚ ਗਏ। ਆਪ ਹੈ ਰਤਨ ਜਵਾਹਰ ਮਾਨਕ, ਆਪੇ ਹੈ ਪਾਸਾਰੀ। ਕਹਿੰਦੇ ਉਹ ਮਾਲਕ, ਇਹ ਜਿਹੜਾ ਖੇਡ ਹੈਗਾ, ਇਹ ਖੇਡ ਰਤਨ ਜਵਾਹਰ ਇੰਨੀ ਕੀਮਤੀ ਜਿਹੜਾ ਹੈਗੇ ਪਰਮੇਸ਼ਰ ਦਾ ਨਾਮ ਧਨ, ਦੁਨੀਆ ਦਾ ਸਾਰਾ ਖੇਡ ਗੇਮ ਚਲਾਉਣ ਵਾਲਾ ਉਹ ਮਾਲਕ ਪਰਮਾਤਮਾ ਆਪ ਹੀ ਹੈਗਾ ਭਾਈ। ਆਪ ਹੀ ਸਾਰਾ ਜਿਹੜਾ ਹੈਗਾ ਰਤਨ ਜਵਾਹਰ, ਜੋ ਵੀ ਹੈ ਪਦਾਰਥ, ਜੋ ਵੀ ਅੰਮ੍ਰਿਤ ਰਸ, ਜੋ ਕੁਛ ਵੀ ਹੈਗਾ, ਕਹਿੰਦੇ ਉਹ ਮਾਲਕ ਪਰਮਾਤਮਾ ਆਪ ਹੀ ਹੈਗਾ। ਆਪ ਹੀ ਆਪੇ ਹੈ ਪਾਸਾਰੀ, ਇਹ ਪਾਸਾਰਾ ਜਿਹੜਾ ਹੈਗਾ ਕਰਨ ਵਾਲਾ, ਉਹ ਇਹ ਸ਼ਾਹੂਕਾਰ ਉਹ ਆਪ ਹੀ ਹੈ। ਉਹਨੇ ਆ ਦੁਕਾਨ ਲਾਈ ਹੋਈ ਹੈ ਭਾਈ। ਪੰਸਾਰੀ ਆਪ ਹੀ ਪੰਸਾਰੀ ਹੈਗਾ ਭਾਈ, ਦੁਕਾਨ ਦਾ ਮਾਲਕ। ਸਾਰਾ ਚੋਗਾ ਹੈਗਾ ਉਹਦੇ ਕੋਲ, ਉਹਦੀ ਦੁਕਾਨ ਦੇ ਵਿੱਚ ਜਿਹੜੀ ਮਰਜ਼ੀ ਚੀਜ਼ ਲੈ ਲਓ। ਆਪੇ ਦੈ ਦਿਸ ਆਪ ਚਲਾਵਾ, 10 ਦਿਸ਼ਾਵਾਂ ਦੇ ਵਿੱਚ ਆ ਮਾਲਕ ਪਰਮਾਤਮਾ ਦੀ ਖੇਡ ਚੱਲ ਰਹੀ ਹੈ, ਆਪ ਚਲਾ ਰਿਹਾ ਹੈ ਭਾਈ। ਆਪ ਹੀ ਸਾਰਿਆਂ ਦੇ ਵਿੱਚ ਆਪ ਹੀ ਹੈਗਾ, ਆਪ ਹੀ ਸਾਰਾ ਕੁਛ ਜਿਹੜਾ ਜੋ ਵੀ ਵੰਡ ਕਰ ਰਿਹਾ, ਨੈਗੇਟਿਵਿਟੀ, ਪੋਜ਼ੀਟਿਵਿਟੀ, ਅੰਮ੍ਰਿਤ ਰਸ ਜਿਹੜਾ ਹੈਗਾ ਨਾਮ ਧਨ, ਇਹ ਸਾਰਾ ਵੰਡਣ ਵਾਲਾ ਉਹ ਮਾਲਕ ਪਰਮਾਤਮਾ ਆਪ ਹੀ ਹੈਗਾ। ਆਪੇ ਦੈ ਦਿਸ ਆਪ ਚਲਾਵੇ, ਆਪੇ ਚਲਾ ਰਿਹਾ ਸਾਰੀ ਖੇਡ ਨੂੰ। ਨਿਹਚਲ ਹੈ ਵਿਆਪਾਰੀ, ਪਰ ਉਹ ਆਪ ਜਿਹੜਾ ਹੈ ਨਿਹਚਲ ਹੈਗਾ ਭਾਈ। ਇਹਦੇ ਵਿੱਚ ਹੁੰਦੇ ਹੋਏ ਵੀ ਨਿਹਚਲ ਹੈਗਾ, ਉਹ ਨਹੀਂ ਹੈਗਾ ਕਿਸੇ ਉਹਦੇ ਵਿੱਚ। ਔਰ ਸਾਰੀ ਦੁਨੀਆ ਦੇਖ ਲਓ ਜਿਹੜੀ ਹੈ ਲੱਗੀ ਹੋਈ ਹੈ, ਸਾਰੀ ਦੁਨੀਆ ਜਿਹੜੀ ਚੱਲ ਹੈ ਉਹ ਨਿਹਚਲ ਹੈਗਾ। ਮਨ ਕਰ ਬੈਲ ਸੁਰਤ ਕਰ ਪੈਂਡਾ, ਗਿਆਨ ਗੋਨ ਪਰ ਡਾਰੀ। ਦੇਖੋ ਮਨ ਲਿਖਿਆ ਨੰਨੇ ਦੀ ਔਂਕੜ ਆ, ਬੈਲ ਦੇ ਲੱਲੇ ਨੂੰ ਔਂਕੜ ਆ। ਕਹਿੰਦੇ ਬੈਲ ਦੀ ਗੱਲ ਕਰ ਰਹੇ ਹਾਂ, ਪਰ ਬੈਲ ਜਿਹੜਾ ਹੈਗਾ ਤੇ ਮਨ ਨੂੰ ਬੈਲ ਬਣਾਉਣਾ ਹੈ, ਸਲੋ ਚੱਲਣਾ ਹੈ। ਕੋਈ ਬਹੁਤ ਤੇਜ਼ੀ ਵਾਲੀ ਗੱਲ ਨਹੀਂ ਹੈਗੀ ਕੋਈ ਜਿਹੜਾ ਹੈਗਾ ਇੱਥੇ ਜਿਹੜਾ ਮਨ ਜਿਹੜਾ ਹੈਗਾ ਬਹੁਤ ਤੇਜ਼ੀ ਨਾਲ ਜਾਊਗਾ। ਕਹਿੰਦੇ ਬਿਲਕੁਲ ਮਨ ਤਾਂ ਇੰਨਾ ਤੇਜ਼ ਦੌੜਨ ਵਾਲਾ ਹੈ, ਸੁਰਤ ਦੇ ਨਾਲ ਦੌੜ, ਸੁਰਤ ਦਾ ਪੈਂਡਾ ਹੈ, ਸੁਰਤ ਦੇ ਪੈਂਡੇ ਤੇ ਮਨ ਚਲੇ ਜਾਂਦਾ ਹੈ। ਕਹਿੰਦੇ ਇਹਨੂੰ ਬੈਲ ਬਣਾ ਲਾ ਭਾਈ, ਬਿਲਕੁਲ ਹੌਲੀ ਚੱਲੂਗਾ ਇਹ। ਮਨ ਕਰ ਬੈਲ ਸੁਰਤ ਕਰ ਪੈਂਡਾ, ਸੁਰਤ ਜਿਹੜੀ ਹੈਗੀ ਉਹਦੇ ਰਸਤੇ ਤੇ ਜਾ, ਸੁਰਤ ਮਾਲਕ ਪਰਮਾਤਮਾ ਵੱਲ ਨੂੰ ਲੈ ਕੇ ਜਾ, ਮਨ ਤਾਂ ਜਾਊ। ਜਿੱਥੇ ਸੁਰਤ ਜਾਏਗੀ ਉੱਥੇ ਮਨ ਜਾਊਗਾ। ਮਨ ਕਰ ਬੈਲ ਸੁਰਤ ਕਰ ਪੈਂਡਾ, ਹੌਲੀ ਸੁਰਤ ਤੇਰੀ ਨਿਕਲੂਗੀ ਮਾਇਆ ਦੇ ਵਿੱਚੋਂ। ਗਿਆਨ ਗੋਨ ਪਰ ਡਾਰੀ, ਆਇਆ ਗਿਆਨ ਇਹਦੀ ਬੋਰੀ ਭਰਨੀ, ਆਤਮ ਗਿਆਨ ਲੈਣਾ ਹੈ ਆਪਾਂ ਨੇ, ਆਤਮ ਗਿਆਨ ਐਵੇਂ ਮਿਲਣਾ ਹੈ। ਮਨ ਕਰ ਬੈਲ ਸੁਰਤ ਕਰ ਪੈਂਡਾ, ਗਿਆਨ ਗੋਨ ਪਰ ਡਾਰੀ। ਕਹਿਤ ਕਬੀਰ ਸੁਨੋ ਰੇ ਸੰਤੋ, ਨਿਭੀ ਖੇਪ ਹਮਾਰੀ। ਇਸ ਤਰੀਕੇ ਦੇ ਨਾਲ ਕਬੀਰ ਜੀ ਕਹਿ ਰਿਹਾ, ਇਹ ਸਾਧਨਾ ਕਰਨ ਵਾਲਿਓ, ਆਹ ਤਰੀਕਾ ਹੈਗਾ ਇਹ ਜਿਹੜਾ ਹੈਗਾ, ਜੇ ਤੁਸੀਂ ਨਾਮ ਧਨ ਲੈ ਕੇ ਜਾਣਾ ਚਾਹੁੰਦੇ ਹੋ, ਦੁਬਾਰਾ ਜਨਮ ਮਰਨ ਦੇ ਗੇੜ 'ਚ ਨਹੀਂ ਆਉਣਾ ਚਾਹੁੰਦੇ, ਤੇ ਇਸ ਤਰੀਕੇ ਦੇ ਨਾਲ ਤੁਹਾਡੀ ਖੇਪ ਜਿਹੜੀ ਹੈਗੀ ਇਹ ਤੁਹਾਡਾ
ਤੁਹਾਡਾ ਮਾਲ ਜਿਹੜਾ ਹੈਗਾ ਇਸ ਤਰੀਕੇ ਦੇ ਨਾਲ ਦੁਨੀਆ ਤੋਂ ਤੁਸੀਂ ਅਸਲੀ ਧਨ ਲੈ ਕੇ ਜਾ ਸਕਦੇ ਹੋ। ਕਹਿਤ ਕਬੀਰ ਸੁਨੋ ਰੇ ਸੰਤੋ ਨਿਭੀ ਖੇਪ ਹਮਾਰੀ। तीसरा, हरी कलवार गवार मूड़ मत उल्टो पवन फिरावों। आए हर जन ਜਿਹੜਾ ਜਨ ਦੀ ਗੱਲ ਕਰ ਰਹੇ, ਜਨ ਦੇ ਉੱਤੇ ਆਪਾਂ ਆਏ। ਜਨ ਤੇ ਕਬੀਰ ਜੀ ਦਾ ਗਿਆਨ ਲੈ ਰਹੇ ਹਾਂ ਆਪਾਂ। ਇਹ ਕਬੀਰ ਜੀ ਨੇ ਜਨ ਕਿਵੇਂ ਬਣਦੇ ਆ ਉਹਦੇ ਬਾਰੇ ਜਿਹੜਾ ਹੈਗਾ ਆ ਸਾਰਾ ਦਾ ਸਾਰਾ ਇਹ ਕੇਦਾਰਾ ਰਾਗ ਦੇ ਵਿੱਚ ਦਿੱਤਾ ਹੈ ਮਹਾਰਾਜ ਨੇ 1123 ਅੰਕ ਤੇ। ਰੀ ਕਲਵਾਰ ਗਵਾਰ ਮੂੜ ਮਤ ਉਲਟੋ ਪਵਨ ਫਿਰਾਵੋਂ। ਰੀ ਕਲਵਾਰ, ਕਲਵਾਰ ਕਹਿੰਦੇ ਆ ਜਿਹੜੀ ਸ਼ਰਾਬ ਬਣਾਉਂਦੀ ਆ। ਕਲਵਾਰ ਆਪਣੇ ਆਪ ਨੂੰ ਕਹਿ ਰਹੇ, ਜੀਵ ਨੂੰ, ਜੀਵ ਇਸਤਰੀ ਨੂੰ, ਆਪਾਂ ਨੂੰ ਕਹਿੰਦੇ ਗਵਾਰ ਆ ਤੂੰ, ਮੂੜ ਮਤੀਆ ਹੈਗਾ ਤੂੰ ਜਿਹੜਾ ਹੈਗਾ ਮਤ ਲੈ ਨਹੀਂ ਰਿਹਾ, ਆ ਬ੍ਰਹਮ ਮਤ ਲੈ ਹੀ ਨਹੀਂ ਰਿਹਾ, ਤੂੰ ਗੁਰਮਤ ਲੈ ਹੀ ਨਹੀਂ ਰਿਹਾ। ਕਿੱਥੇ ਤੂੰ ਜਿਹੜਾ ਹੈਗਾ ਰਸਾਂ ਕਸਾਂ ਦੇ ਪਦਾਰਥਾਂ ਦੇ ਮਾਇਆ ਦੀ ਸ਼ਰਾਬ ਪੀ ਜਾ ਰਿਹਾ ਹੈ ਔਰ ਉਹਦੇ ਨਾਲ ਤੇਰਾ ਰੱਜ ਵੀ ਨਹੀਂ ਆ ਰਿਹਾ। ਉਸੇ ਦਰ ਉਸ ਤਰ੍ਹਾਂ ਹੀ ਰਹਿ ਰਿਹਾ। ਔਰ ਤੂੰ ਜਿਹੜਾ ਹੈਗਾ ਬਿਲਕੁਲ ਤੈਨੂੰ ਸੱਚ ਔਰ ਝੂਠ ਦੀ ਪਰਖ ਹੀ ਨਹੀਂ ਹੈ, ਵਿਵੇਕ ਬੁੱਧੀ ਨਹੀਂ ਹੈ ਤੇਰੇ ਕੋਲ। ਕਹਿੰਦੇ ਆ ਲੈ ਤਾਂ ਆ ਲੈ, ਆ ਵਿਵੇਕ ਕਰ, ਆ ਬਣਾ ਤਾ ਸ਼ਰਾਬ, ਆ ਕੱਢ। ਰੀ ਕਲਵਾਰ ਗਵਾਰ ਮੂੜ ਮਤ ਉਲਟੋ ਪਵਨ ਫਿਰਾਵੋਂ। ਕਹਿੰਦੇ ਉਲਟਾ ਆਪਣੇ ਮਨ ਨੂੰ ਜਿਹੜਾ ਹੈਗਾ, ਮਨ ਨੂੰ ਉਲਟਾ ਕਰ ਅੰਦਰ ਵੱਲ, ਬਾਹਰ ਪਾਸੇ ਤੋਂ ਅੰਦਰ ਲੈ ਕੇ ਜਾ, ਪਦਾਰਥਾਂ ਤੋਂ ਅੰਦਰ ਪਾਸੇ ਦਸਮ ਦੁਆਰ ਵੱਲ ਨੂੰ ਲੈ ਕੇ ਜਾ ਸੁਰਤ ਨੂੰ। ਰੀ ਕਲਵਾਰ ਗਵਾਰ ਮੂੜ ਮਤ ਉਲਟੋ, 9 ਦਰਵਾਜ਼ਿਆਂ ਤੋਂ ਆਪੋਜ਼ਿਟ। ਰੀ ਕਲਵਾਰ ਗਵਾਰ ਮੂੜ ਮਤ ਉਲਟੋ ਪਵਨ ਫਿਰਾਵੋਂ। ਮਨ ਮਤਵਾਰ ਮੇਰ ਸਰ ਪਾਠੀ ਅੰਮ੍ਰਿਤ ਧਾਰ ਚੁਆਵੋਂ। ਕਹਿੰਦੇ ਦੇਖ ਗਗਨ ਮੰਡਲ ਦੇ ਵਿੱਚ ਲੈ ਕੇ ਜਾ। ਮੇਰ ਸਰ, ਮੇਰ ਕਹਿੰਦੇ ਆ ਆਪਣੀ ਸਪਾਈਨਲ ਕਾਰਡ, ਸਰ ਕਹਿੰਦੇ ਇਹਦਾ ਹੈਂਡ ਉੱਪਰ, ਕਹਿੰਦੇ ਉੱਥੇ ਪੱਠੀ ਹੈਗੀ ਭਾਈ। ਇਹ ਜਿਹੜੇ ਹੈਗੇ ਸਵਾਸਾਂ ਤੋਂ ਉੱਪਰ ਉੱਠ। ਮਨ ਮਤਵਾਰ, ਮਨ ਨੇ ਪੀਣੀ ਹੈ। ਮਨ ਮਤਵਾਰ, ਮਨ ਨੇ ਉਹਦੇ ਵਿੱਚ, ਉਸ ਭੱਠੀ ਦੇ ਵਿੱਚ, ਉਸ ਅੰਮ੍ਰਿਤ ਦੀ ਧਾਰ ਦੇ ਵਿੱਚ ਮਨ ਨੇ ਮਤਵਾਲਾ ਹੋਣਾ ਹੈ। ਉਹ ਅਸਲੀ ਜਿਹੜੀ ਹੈਗੀ ਆ, ਅਸਲੀ ਉਹ ਅੰਮ੍ਰਿਤ ਰੂਪੀ ਜਿਹੜੀ ਹੈਗੀ ਸ਼ਰਾਬ। ਮਨ ਮਤਵਾਰ ਮੇਰ ਸਰ ਪਾਠੀ ਅੰਮ੍ਰਿਤ ਧਾਰ ਚੁਆਵੋਂ। ਕਿਵੇਂ, ਕੀ ਕਰੀਏ? ਬੋਲੋ ਪਈਆ ਰਾਮ ਕੀ ਦੁਹਾਈ। ਕਹਿੰਦੇ ਪਰਮੇਸ਼ਰ ਦਾ ਨਾਮ ਲੈ, ਉਹਦੀ ਦੁਹਾਈ ਪਾ, ਰਾਮ ਦੀ ਦੁਹਾਈ ਕਰ। ਬੋਲੋ ਭਈਆ, ਇਹ ਭਰਾ ਸ਼ੁਰੂ ਕਰ। ਬੋਲੋ ਭਈਆ ਰਾਮ ਕੀ ਦੁਹਾਈ, ਪੀਵੋ ਸੰਤ ਸਦਾ ਮਤ ਦੁਰਲਭ। हे ਸਾਧਨਾ ਕਰਨ ਵਾਲਿਆ, ਆਇਆ ਅੰਮ੍ਰਿਤ ਪਿਉਣ ਵਾਲੀ ਮਤ, ਪਰ ਹੈ ਇਹ ਬਹੁਤ ਦੁਰਲਭ ਮਤ ਆ। ਕੋਈ ਬਹੁਤ ਹੀ ਰੇਅਰ ਜਿਹੜੀ ਹੈਗੀ ਲੈਂਦਾ ਹੈ ਕੋਈ ਇਹ ਮਤ ਨੂੰ। ਦੁਰਲਭ ਮਤ ਆ ਭਾਈ, ਰੇਅਰ ਹੈ। ਇਸ ਆ ਮਤ ਕੋਈ ਲੈਣਾ ਨਹੀਂ ਚਾਹੁੰਦਾ। ਪੀਵੋ ਸੰਤ ਸਦਾ ਮਤ ਦੁਰਲਭ, ਸਹਿਜੇ ਪਿਆਸ ਬੁਝਾਈ। ਇਹਦੇ ਨਾਲ ਤੇਰੀ ਜਿਹੜੀ ਹੈਗੀ ਪਿਆਸ ਬੁਝਣੀ ਆ। ਹੋਰ ਜਿਹੜੀ ਆ ਤਮੋ ਰਜੋ ਸਤੋ, ਉਹਦੇ ਵਿੱਚ ਜਿਹੜਾ ਹੈਗਾ ਪਦਾਰਥਾਂ ਦੇ ਵਿੱਚ ਜਿਹੜਾ ਹੈਗਾ ਤੇਰੀ ਪਿਆਸ ਨਹੀਂ ਬੁਝਣੀ। ਕਿਉਂਕਿ ਆ ਸਹਿਜ ਅਵਸਥਾ, ਵਿਚਾਰ ਸ਼ੂਨਯ ਅਵਸਥਾ ਜਿਹੜੀ ਹੈਗੀ ਆ, ਇਹ ਆਪਣੇ ਜਿਹੜੇ ਹੈਗੇ ਵਿਚਾਰ ਮੰਡਲ ਤੋਂ ਉੱਪਰ ਸੁੰਨ ਮੰਡਲ ਦੇ ਵਿੱਚ ਦੀ ਯਾਤਰਾ। ਪੀਵੋ ਸੰਤ ਸਦਾ ਮਤ ਦੁਰਲਭ, ਸਹਿਜੇ ਪਿਆਸ ਬੁਝਾਈ ਰਹਾਓ। ਕਿਵੇਂ ਹੋਣੀ ਹੈ ਯਾਤਰਾ? ਪੈ ਵਿੱਚੇ ਭਾਓ, ਪਾਏ ਕੋ ਬੁਝੈ, ਹਰ ਰਸ ਪਾਵੈ ਪਾਈ। ਕਹਿੰਦੇ ਕੋਈ ਟਾਵਾਂ ਜਿਹੜਾ ਹੈ, ਕੋਈ ਟਾਵਾਂ ਜਿਹੜਾ ਹੈਗਾ ਮਾਲਕ ਪਰਮਾਤਮਾ ਦੇ ਭੈ ਦੇ ਵਿੱਚ ਪ੍ਰੇਮ ਦੇ ਨਾਲ, ਭੈ ਵਿੱਚ ਭਾਓ। ਇਹ ਪ੍ਰੇਮਾ ਭਗਤੀ ਵਾਲਾ ਰਸਤਾ, ਇਹ ਪ੍ਰੇਮਾ ਭਗਤੀ। ਭੈ ਵਿੱਚ ਭਾਓ, ਪਾਏ ਕੋ ਬੂਝੈ। ਪਾਏ ਕਹਿੰਦੇ ਭਾਵਨਾ,
ਭੈ ਵਿੱਚ ਪਾਓ ਭਾਏ ਕੋ ਬੂਝੈ, ਕੋ ਬੂਝੈ। ਹਰ ਰਸ ਪਾਵੇ ਭਾਈ, ਇਸ ਤਰ੍ਹਾਂ ਹਰ ਰਸ ਪਾਊਗਾ ਭਾਈ ਪਰਮੇਸ਼ਰ ਦੇ ਭੈ ਦੇ ਵਿੱਚ, ਪਿਆਰ ਦੇ ਵਿੱਚ, ਭਾਵਨਾ ਦੇ ਨਾਲ ਜਿਹੜਾ ਹੈਗਾ, ਜਿਹੜਾ ਚੱਲੂਗਾ। ਹਰ ਰਸ ਪਾਵੇ ਭਾਈ, ਜੇਤੇ ਘਟ ਅੰਮ੍ਰਿਤ ਸਭ ਹੀ ਮੈਂ ਭਾਵੈ ਤਿਸੈ ਪਿਆਈ। ਕਹਿੰਦੇ ਜਿੰਨੇ ਵੀ ਘਟ ਹੈਗੇ, ਜਿੰਨੇ ਵੀ ਘਟ ਇਨਸਾਨ ਦੇ ਜਾਮੇ ਦੇ ਇਨਸਾਨ ਹੈਗੇ, ਸਾਰਿਆਂ ਦੇ ਵਿੱਚ ਅੰਮ੍ਰਿਤ ਮਾਲਕ ਨੇ ਰੱਖਿਆ ਹੋਇਆ ਆ। ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ। ਕਬੀਰ ਜੀ ਸੇਮ ਗੱਲ ਕਹਿ ਰਹੇ, ਦੇਖੋ ਉੱਥੇ ਜਿਹੜਾ ਹੈਗਾ ਮੇਰੇ ਖਿਆਲ ਪੰਜਵੀਂ ਪਾਤਸ਼ਾਹੀ ਕਹਿ ਰਹੀ ਹੈ, ਔਰ ਇੱਥੇ ਕਬੀਰ ਜੀ ਕਹਿ ਰਹੇ, ਦੇਖ ਲਓ ਕਿੱਥੋਂ ਕਬੀਰ ਜੀ ਬਨਾਰਸ ਦੇ, ਔਰ ਇਹਦੇ ਕਿੱਥੋਂ ਜਿਹੜੇ ਪੰਜਾਬ ਦੇ। ਜੇਤੇ ਘਟ ਅੰਮ੍ਰਿਤ ਸਭ ਹੀ ਮੈਂ ਭਾਵੈ ਤਿਸੈ ਪਿਆਈ। ਜਿਹਨੂੰ ਜਿਹੜਾ ਪੀਣਾ ਚਾਹੁੰਦਾ ਹੈ ਮਾਲਕ ਉਹਨੂੰ ਪਿਆ ਦਿੰਦਾ ਹੈ। ਨਗਰੀ ਇੱਕ ਹੈ 9 ਦਰਵਾਜ਼ੇ ਧਾਵਤ ਬਰਜ ਰਹਾਈ। ਆਹ ਦੇਖੋ ਪੀਣ ਦਾ ਹੁਣ ਜਿਹੜਾ ਹੈਗਾ ਅੰਮ੍ਰਿਤ ਕਿਵੇਂ ਮਿਲਣਾ ਹੈ ਭਾਈ। ਕਹਿੰਦੇ ਸਰੀਰ ਇੱਕੋ ਹੀ ਹੈਗਾ, 9 ਦਰਵਾਜ਼ੇ ਇਹਦੇ ਪ੍ਰਗਟ ਹੈਗੇ, ਖੁੱਲ੍ਹੇ ਹੈਗੇ, ਉਹਦੇ 'ਤੇ ਕੋਈ ਪੱਲੂ ਨਹੀਂ ਲੱਗਿਆ ਹੋਇਆ। ਫਟਾਕ ਦੇਣੀ ਸੁਰਤੀ 5 ਗਿਆਨ ਇੰਦਰੀਆਂ ਜਿਹੜੀਆਂ ਉਹਦੇ ਥਰੂ ਜਿਹੜੇ ਹੈਗੇ ਪਿਆ ਦਿੰਦੀਆਂ ਹੈ। ਮਾਇਆ ਦੀ ਜਾਂ ਮਾਇਆ ਦੀ ਜਿਹੜੀ ਸ਼ਰਾਬ ਪਰਮਾਤਮਾ ਵੱਲੋਂ ਜਿਹੜੀ ਹੈਗੀ ਹੈ, ਧਿਆਨ ਸਿਮਰਨ ਵੱਲੋਂ ਮਾਲਕ ਵਾਲੀ ਯਾਤਰਾ ਜਿਹੜੀ ਉਹ ਅਸਲੀ ਜਿਹੜੀ ਹੈਗੀ ਆ ਅੰਮ੍ਰਿਤ ਰਸ ਜਿਹੜੀ ਹੈਗੀ ਉਹਦੇ ਵੱਲੋਂ ਜਿਹੜਾ ਹੈਗਾ ਡੈਡ ਕਰ ਦਿੰਦੀਆਂ। ਨਗਰੀ ਇੱਕ ਹੈ 9 ਦਰਵਾਜ਼ੇ ਧਾਵਤ ਬਰਜ ਰਹਾਈ। ਕਹਿੰਦੇ ਮਨ ਨੇ ਦੌੜਨਾ ਹੈ, ਕਿਉਂਕਿ ਗਿਆਨ ਇੰਦਰੀਆਂ ਲੱਗੀਆਂ ਹੋਈਆਂ, ਅੱਖਾਂ ਬੰਦ ਕਰਕੇ ਥੋੜ੍ਹੀ ਨਾ ਤੁਰ ਸਕਦੇ ਆਪਾਂ ਦੁਨੀਆ ਦੇ ਵਿੱਚ ਜਿਹੜਾ ਹੈਗਾ। ਨਗਰੀ ਇੱਕ 9 ਦਰਵਾਜ਼ੇ ਧਾਵਤ ਬਰਜ ਰਹਾਈ। ਕਹਿੰਦੇ ਧਾਵਤ ਦੌੜਦਾ ਹੈ, ਉਹ ਤਾਂ ਦੌੜਦਾ ਬਾਰ-ਬਾਰ ਮਨ। ਕਹਿੰਦੇ ਉਹਨੂੰ ਬਾਰ-ਬਾਰ ਰੋਕਣਾ ਹੈ, ਬਾਰ-ਬਾਰ ਰੋਕਣਾ ਹੈ। ਬਸ ਤੂੰ ਆਪਣਾ ਜ਼ੋਰ ਲਾਉਣਾ ਹੈ, ਅੱਗੇ ਰੁਕਦਾ ਹੈ ਨਹੀਂ ਰੁਕਦਾ ਉਹ ਮਾਲਕ ਦੀ ਜ਼ਿੰਮੇਵਾਰੀ ਹੈ। ਨਗਰੀ ਇੱਕ 9 ਦਰਵਾਜ਼ੇ ਧਾਵਤ ਬਰਜ ਰਹਾਈ। ਤ੍ਰਿਕੁਟੀ ਛੂਟੈ 10ਵਾਂ ਦਰ ਖੋਲ੍ਹੇ। ਨਹੀਂ ਤਾਂ ਭਾਈ ਇਹ ਤ੍ਰਿਕੁਟੀ ਨਹੀਂ ਛੁੱਟਣੀ ਤੇਰੀ। ਇਹ ਮਾਇਆ ਦੇ ਵਿੱਚ ਹੀ ਗਤੀ ਕਰੇਗਾ, ਔਰ ਇਹਦੇ ਵਿੱਚ ਦੁੱਖ ਸੁੱਖ ਔਰ ਇਹਦੇ ਵਿੱਚ ਹੀ ਜਿਹੜਾ ਹੈਗਾ ਤੇਰੇ ਅੰਦਰ ਜਿਹੜੀ ਹੈਗੀ ਆ ਉਹ ਝੋਰਾ ਖਿੱਜ ਤੇਰੇ ਅੰਦਰ ਬਰਕਰਾਰ ਰਹਿਣੀ ਆ। ਤ੍ਰਿਕੁਟੀ ਤੇਰੀ ਜਿਹੜੀ ਮੱਥੇ 'ਤੇ ਤਿਉੜੀਆਂ ਚੜੀਆਂ ਰਹਿਣੀਆਂ, ਤੇਰੀ ਦੁਖੀ ਰਹੇਗਾ ਹਮੇਸ਼ਾ। ਤ੍ਰਿਕੁਟੀ ਛੂਟੈ 10ਵਾਂ ਦਰ ਖੁੱਲ੍ਹੈ। 10ਵਾਂ ਦਰ ਖੁੱਲ੍ਹ ਜਾਣਾ ਹੈ। ਤਾਂ ਮਨ ਖੀਵਾ ਪਾਈ। ਤਾਂ ਮਨ ਨੇ ਜਿਹੜਾ ਹੈਗਾ ਉਹ ਸ਼ਰਾਬ ਪੀਣੀ ਆ, ਤਾਂ ਮਨ ਨੇ ਜਿਹੜਾ ਹੈਗਾ ਮਸਤੀ ਦੇ ਵਿੱਚ ਝੂਮਣਾ ਹੈ ਭਾਈ। ਖੀਵਾ ਹੋ ਜਾਣਾ ਹੈ। ਖੀਵਾ ਕਹਿੰਦੇ ਆ ਬਿਲਕੁਲ ਸੈਟਿਸਫਾਈ ਹੋ ਗਿਆ ਭਾਈ, ਪੂਰੀ ਤਸੱਲੀ ਹੋ ਗਈ। ਤ੍ਰਿਕੁਟੀ ਛੂਟੇ 10ਵਾਂ ਦਰ ਖੁੱਲ੍ਹੇ। ਬੰਦਿਆ ਦੇਖ ਲਓ ਭਾਈ ਖੁੱਲੂਗਾ, ਔਰ ਇਸ ਤਰ੍ਹਾਂ ਖੁੱਲੂਗਾ। ਨਗਰੀ ਇੱਕ 9 ਦਰਵਾਜ਼ੇ ਧਾਵਤ ਬਰਜ ਰਹਾਈ। ਤ੍ਰਿਕੁਟੀ ਛੂਟੇ 10ਵਾਂ ਦਰ ਖੁੱਲ੍ਹੇ। ਤਾਂ ਮਨ ਖੀਵਾ ਪਾਈ। ਅਭੈ ਪਦ ਪੂਰ ਤਾਪ ਤਹਿ ਨਾਸੇ। ਆਇਆ ਭਾਈ ਅਭੈ ਪਦ ਪੂਰਨ ਦਰਜਾ ਜਿਹੜਾ ਹੈਗਾ, ਚੌਥਾ ਪਦ। ਇੱਥੇ ਜਿਹੜੇ ਹੈਗੇ ਇਹ ਆਦਿ ਵਿਆਦੀ ਉਪਾਦੀ ਮਾਇਆ ਦੇ ਜਿਹੜੀ ਤ੍ਰਿਸ਼ਨਾ ਦੇ ਤਾਪ ਜਿਹੜੇ ਜਾਣੇ ਆ ਭਾਈ। ਅਭੈ ਪਦ ਪੂਰ ਤਾਪ ਤਹਿ ਨਾਸੇ। ਕਹਿ ਕਬੀਰ ਵਿਚਾਰੀ। ਕਬੀਰ ਜੀ ਕਹਿੰਦੇ ਆ ਭਾਈ ਦੇਖ ਲਾ ਭਾਈ, ਵਿਚਾਰ ਕਰ ਲਾ। ਵਿਚਾਰ ਦੀ ਹੈਗੀ ਆ, ਵਿਚਾਰਨ ਵਾਲੀ ਜਿਹੜੀ ਹੈਗੀ ਆ ਕਿ ਇਸ ਰਸਤੇ 'ਤੇ ਜਾਣਾ ਆ ਲੈਣਾ ਹੈ। ਅਭੈ ਪਦ ਪੂਰ ਤਾਪ ਤਹਿ ਨਾਸੇ। ਕਹਿ ਕਬੀਰ ਵਿਚਾਰੀ। ਉਹ ਬੱਟ ਚਲਨ ਤੇ ਇਹ ਮਦ ਪਾਇਆ ਜੈਸੇ ਖੋਂਦ ਖੁਮਾਰੀ। ਕਹਿੰਦੇ ਇਹ ਜਿਹੜਾ ਹੈਗਾ ਅੰਮ੍ਰਿਤ ਰਸ, ਇਹ ਮਦ ਐਵੇਂ ਦਾ ਤਾਂ ਨਹੀਂ ਮਿਲਣਾ ਪਿਆਰਿਆ ਜਿਵੇਂ ਦੀ ਦੁਨੀਆ ਚੱਲ ਰਹੀ ਹੈ। ਜਿਵੇਂ ਦੀ ਦੁਨੀਆ ਚੱਲ ਰਹੀ ਹੈ। ਕਬੀਰ ਜੇ ਮਾਰਗ ਪੰਡਿਤ ਗਏ ਪਾਛੇ ਪੜੀ ਬਹੀਰ। ਨਹੀਂ ਮਿਲਣਾ ਇਸ ਰਸਤੇ 'ਤੇ ਤੈਨੂੰ ਪਿਆਰਿਆ। ਇੱਕ ਔਗਟ ਕਾਟੀ ਰਾਮ ਕੀ ਤਹਿ ਚੜ ਰਹੇ ਹੋ ਕਬੀਰ। ਉਹ ਭੱਟ ਕਹਿੰਦੇ ਆ ਔਖਾ, ਔਖਾ ਬੱਟ ਕਹਿੰਦੇ ਰਸਤਾ, ਬਾਟ। ਉਹ ਭੱਟ ਕਹਿੰਦੇ ਔਖਾ, ਔਖੀ ਬਾਟ। ਇੱਕ ਔਗਟ ਕਾਟੀ ਰਾਮ ਕੀ। ਉਹੀ ਕਬੀਰ ਜੀ ਇੱਥੇ ਵੀ ਉਹੀ ਵਰਡ ਲਗਾ ਰਹੇ ਔਗਟ।
उभट चलन ते यह मद पाया जैसे खोंद खुमारी। बस ऐसी खुमारी चढ़ जाएगी, ऐसी खोंद खुमारी आ जाएगी तेरे अंदर कि तेरे वर्गा जिहड़ा हैगा, तेरे वर्गा जिहड़ा हैगा सुखी कोई नहीं होएगा दुनिया दे विच। उभट चलन ते यह मद पाया जैसे खोंद खुमारी। हो चलिए अगे, अज आप पूरे कर लेने कबीर जी दे हो गए थे। काम क्रोध तृष्णा के लीने गत नहीं एके जानी। लो देख लो भाई, कहते नहीं इस रस्ते ते जांदा, काम क्रोध लोभ मोह अहंकार आ तृष्णा जिहड़ा हैगा इहदे विच पूरी तरह गलतान हैगा इंसान। आ अवस्था नहीं, आ गल समझदा ही नहीं है। उच्ची अवस्था चौथा पद, आ एक चीज़, एक मालक परमात्मा की भगती, आ नहीं आ नहीं कहते इनू लेंदा इंसान, क्योंकि काम क्रोध तृष्णा दे विच पूरी तरह जिहड़ा हैगा पूरी तरह गति कर रहा है, लीन हैगा उहदे विच। काम क्रोध तृष्णा ने उहनू, इन्हां ने काम क्रोध लोभ मोह अहंकार ने उहनू पूरी तरह जकड़िया होया है। इह स्वादां दे विच इहदे ओहदा जिहड़ा हैगा ओहदियां जिहड़ियां हैगियां लीहां बहुत मजबूत होईयां पईयां। काम क्रोध तृष्णा के लीने गत नहीं एके जानी। फूटी आँख है कछु ना सूझे बूढ़ मुए बिन पानी। कहते अखां फुटियां पईयां इहदियां, कख नहीं इहनूं सुझना, कख नहीं सुझना इहनूं। फूटी आँख है, अखां फुटियां होईयां। कहते जिहड़ा हुण अन्ना है बंदा, ਉਹਨੇ ਕੀ ਲੱਭ ਲੈਣਾ है? गुरु तो लै लिया आपां, गुरु तो अखां लै लीए। फूटी आँख है, ये अंदर दी अखां दी गल हो रही है, कोई बाहरलियां अखां दी गल नहीं हो रही। बाहरलियां किसी दी हैगियां नहीं हैगियां, इमैटेरियल है। अन्ना बंदा वो भी मालक परमात्मा नूं पा सकदा है। काम क्रोध तृष्णा के लीने गत नहीं एके जानी। फूटी आँख है कछु ना सूझे बूढ़ मुए बिन पानी। अन्ना बंदा तो जल्दी लै सकदा है भाई, क्योंकि ਉਹਦਾ ਤਾਂ ਜਿਹੜਾ ਹੈਗਾ ਅੱਖਾਂ ਜਿਹੜੀਆਂ ਹੈਗੀਆਂ ਇਹ ਚੋਗਾ ਦਿਖਾਈ नहीं रही ਉਹਨੂੰ। काम क्रोध तृष्णा के लीने गत नहीं एक जानी। फूटी आँख कछु ना सूझे बूढ़ मुए बिन पानी। चलत कत टेढ़े टेढ़े टेढ़े। ओहो, कहते किमें आकड़ के तुरदा इंसान, किमें आकड़ के तुरदा है, किमें जिहड़ा हैगा किमें गलत रस्ते ते तुरदा है। टेढ़ा दा मतलब है किमें जिहड़ा हैगा गलत रस्ते ते तुरदा है, किमें हंकारी होया है, किमें भैड़ी मत दे नाल दूजिਆਂ ਨੂੰ ਜਿਹੜਾ ਹੈਗਾ बुरा भला, दूजिਆਂ ਦੇ ਉੱਤੇ तशद्दद, दूसरिਆਂ ਨੂੰ ਜਿਹੜਾ ਹੈਗਾ ठेडे मारदा है। चलत कत टेढ़े टेढ़े टेढ़े। तू है की हैगा, तेरे अंदर की हैगा? असत कहते हड्डियां, चर्म, चमड़ी, चमड़ा, मांस, विष्टा, गंदगी के मूंदे ਇਹਦੇ ਨਾਲ ਭਰਿਆ ਪਿਆ ਹੈ। ਤੂੰ ਭਰਪੂਰ ਹੈਗਾ ਆ ਆਹ ਚੀਜ਼ਾਂ ਦੇ ਨਾਲ। हड्डियां, मांस, गंदगी, दुर्गंध, मूंदे के मूंदे दुर्गंध ही के बेडे। दुर्गंध दे नाल जिहड़ा हैगा पूरी तरह खचत होया पिया है, लिबड़िया पिया है दुर्गंध दे नाल। मालक ने आपां नूं ਸਮੈਲਿੰਗ ਜਿਹੜੀ ਸੈਂਸਿਸ ਨੱਕ ਦੀ ਐਸੀ ਰੱਖੀ ਹੈ ਮਾਲਕ ਨੇ, ਆਪਾਂ ਨੂੰ ਆਪਣੇ ਅੰਦਰ ਦੀ ਸਮੈਲ ਨਹੀਂ ਆ ਸਕਦੀ। ਨੱਕ ਬਾਹਰ ਦੀ ਸਮੈਲ ਲੈ ਸਕਦਾ ਹੈ। ਜੇ ਕਿਤੇ ਆਪਣੇ ਅੰਦਰ ਦੀ ਸਮੈਲ ਆਪਾਂ ਲੈਣ ਜੋਗੇ ਹੁੰਦੇ ਤੇ ਇੰਪੋਸੀਬਲ ਹੋਣਾ ਸੀ ਕੰਮ। चलत कत टेढ़े 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 असत चरम विष्टा के मूंदे दुर्गंध ही के बेडे रहाओ। राम न जपो कवन परम फूले तुम ते काल न दूरे। नहीं जप रहा ना, नहीं ध्यान सिमरन कर रहा ना, कोई प्रॉब्लम नहीं हैगी। ना जप, ਕਿਹੜੇ ਭਰਮ 'ਚ ਭੁੱਲਿਆ ਪਿਆ ਆ ਪਿਆਰਿਆ। ਕਾਲ ਨੇ ਦੂਰ ਨਹੀਂ ਆ, ਬਸ ਥੋੜ੍ਹਾ ਹੀ ਸਮਾਂ ਹੈਗਾ, ਆ ਜਾਣਾ ਉਹਨੇ, ਖਾ ਜਾਣਾ ਤੈਨੂੰ। ਔਰ ਖਾ ਰਿਹਾ ਹੈ ਉਹ ਤਾਂ ਆਲਰੇਡੀ ਤੈਨੂੰ ਜਿਹੜਾ ਹੈਗਾ ਆਤਮਿਕ ਰੂਪ 'ਚ ਖਾ ਰਿਹਾ ਹੈ। ਰਾਮ ਨਾ ਜਪੋ ਕਵਨ ਪਰਮ ਫੂਲੇ ਤੁਮ ਤੇ ਕਾਲ ਨਾ ਦੂਰੇ। ਅਨਕ ਜਤਨ ਕਰ ਇਹ ਤਨ ਰਾਖੋ ਰਹੇ ਅਵਸਥਾ ਪੂਰੇ। ਜਿੰਨਾ ਮਰਜ਼ੀ ਯਤਨ ਕਰ ਲਾ, ਜੋ ਮਰਜ਼ੀ ਕਰ ਲਾ, ਇੱਕ ਸਵਾਸ ਵਾਧੂ ਨਹੀਂ ਲੈ ਸਕਦਾ ਤੂੰ। ਜਿੰਨਾ ਸਮਾਂ ਦਿੱਤਾ ਹੈ, ਜਿੰਨੀ ਅਵਸਥਾ ਮਾਲਕ ਨੇ ਦਿੱਤੀ ਹੈ, ਓਨਾ ਹੀ ਭੋਗ ਕੇ ਜਿਹੜਾ ਹੈਗਾ ਜਾਣਾ ਪਊਗਾ।
ਅਨਕ ਯਤਨ ਕਰ ਇਹ ਤਨ ਰਾਖੋ। ਜੋ ਮਰਜ਼ੀ ਕਰਕੇ ਸਰੀਰ ਨੂੰ ਰੱਖਣ ਦੀ ਕੋਸ਼ਿਸ਼ ਕਰ ਲਾ, ਰਹੇ ਅਵਸਥਾ ਪੂਰੇ ਓਨਾ ਹੀ ਰਹੂਗਾ ਜਿੰਨੇ ਕੁ ਦਿੱਤੇ ਮਾਲਕ ਨੇ ਸਵਾਸ। ਆਪਨ ਕੀਆ ਕਛੁ ਨਾ ਹੋਵੇ, ਕਿਆ ਕੋ ਕਰੇ ਪਰਾਨੀ। ਕਹਿੰਦੇ ਆਪਣਾ ਕੀਤਾ ਕੁਛ ਨਹੀਂ ਹੋ ਸਕਦਾ। ਕੀ ਕਰ ਸਕਦਾ ਹੈ ਇਨਸਾਨ? ਕੀ ਕਰ ਸਕਦਾ ਹੈ ਇਨਸਾਨ? ਜਾਂ ਤਿਸ ਪਾਵੈ ਸਤਿਗੁਰ ਭੇਟੈ, ਏਕੋ ਨਾਮ ਬਖਾਨੀ। ਆ ਦੇਖ ਲਓ ਹੁਣ ਕਿੰਨਾ ਕਲੀਅਰ, ਕ੍ਰਿਸਟਲ ਕਲੀਅਰ ਕਬੀਰ ਜੀ ਨੇ ਲਿਖਿਆ ਹੋਇਆ। ਆਪਾਂ ਨੇ ਚੁਆਇਸ ਕਰਨੀ ਹੈ, ਮਾਲਕ ਨੂੰ ਪਾਊਗਾ, ਆਪਣੀ ਚੁਆਇਸ ਆਪਣੀ ਡਿਮਾਂਡ ਤੇ ਸਤਿਗੁਰੂ ਨੂੰ ਮਿਲਾਊਗਾ। ਮਾਲਕ ਦੇ ਉੱਤੇ ਡਿਪੈਂਡ ਕਰਦਾ ਹੈ ਮਿਲਾਉਣਾ। ਬ੍ਰਹਮ ਰਸਤਾ ਦੇਣਾ ਹੈ, ਜਿਹੜਾ ਧਿਆਨ ਸਿਮਰਨ ਵਾਲਾ ਰਸਤਾ ਦੇਣਾ ਹੈ, ਇਹ ਮੱਤ ਦੇਣੀ ਹੈ, ਇਹ ਗਿਆਨ ਦੇਣਾ ਹੈ, ਮਾਲਕ ਨੇ, ਮਾਲਕ ਦੇ ਉੱਤੇ ਡਿਪੈਂਡ ਕਰਦਾ ਹੈ। ਆਪਨ ਕੀਆ ਕਛੂ ਨਾ ਹੋਵੇ, ਕਿਆ ਕੋ ਕਰੇ ਪਰਾਨੀ। ਦੇਖ ਲਓ ਭਾਈ, ਇਸ ਤੋਂ ਉੱਪਰ ਕੀ ਗਿਆਨ ਦੇ ਸਕਦੇ ਹਾਂ ਕਬੀਰ ਜੀ? ਇਸ ਤੋਂ ਉੱਪਰ ਕੀ ਗਿਆਨ ਹੋ ਸਕਦਾ ਹੈ ਭਾਈ? ਆਪਨ ਕੀਆ ਕਛੂ ਨਾ ਹੋਵੇ, ਕਿਆ ਕੋ ਕਰੇ ਪਰਾਨੀ। ਜਾਂ ਤਿਸ ਪਾਵੈ ਸਤਿਗੁਰ ਭੇਟੈ, ਏਕੋ ਨਾਮ ਬਖਾਨੀ। ਔਰ ਉਹਨੂੰ ਕਿਵੇਂ ਪਾਉਂਦਾ ਹੈ? ਆਪਣੀ ਡਿਮਾਂਡ ਹੈ ਭਾਈ, ਜੈਨੂਨ ਹੋਊਗੀ ਤੇ ਪਾ ਜਾਏਗਾ ਉਹਨੂੰ, ਨਹੀਂ ਤਾਂ ਨਹੀਂ। ਜੇ ਅੰਦਰੋਂ ਡਿਮਾਂਡ ਨਿਕਲੇਗੀ, ਅੰਦਰੋਂ ਪੁਕਾਰ ਹੋਏਗੀ ਤਾਂ ਉਹ ਪਾ ਜਾਏਗਾ ਮਾਲਕ परमात्मा। बलुआ के घरुआ में बसते फुलवत दे आने। ਉਹ ਕਹਿੰਦੇ ਕੀ ਸਰੀਰ ਹੈਗਾ ਤੇਰਾ, ਬੜਾ ਸਮਝਿਆ ਬਤੀਸ ਮਾਰ ਖਾਂ ਆਪਣੇ ਆਪ ਨੂੰ, ਬੜਾ ਆਕੜ ਕੇ ਫੁੱਲ ਕੇ ਇੰਨਾ ਹੰਕਾਰ ਦੇ ਵਿੱਚ ਜਿਹੜਾ ਹੈਗਾ ਇਹ ਸਰੀਰ ਦਾ ਹੰਕਾਰ ਕਰ ਰਿਹਾ, ਇਹ ਆਣਿਆ। ਉਹ ਦਿੱਤੀ ਮਾਲਕ ਨੇ ਹੈ, ਤੇਰਾ ਤਾਂ ਕੋਈ ਯੋਗਦਾਨ ਹੀ ਨਹੀਂ ਇਹਦੇ ਵਿੱਚ। ਔਰ ਰਹਿ ਰਿਹਾ ਤੂੰ ਹੈ ਬਾਲੂ ਦੇ ਘਰ ਦੇ ਵਿੱਚ, ਰੇਤੇ ਦੇ ਘਰ ਦੇ ਵਿੱਚ ਰਹਿ ਰਿਹਾ ਹੈ ਤੂੰ। ਉਹਨੇ ਕਦ ਢਹਿ ਜਾਣਾ ਹੈ। ਬਲੂਆ ਕੇ ਘਰੂਆ ਮੇ ਬਸ ਰਿਹਾ ਤੂੰ, ਫੁੱਲਵਤ ਦੇ ਆਨੇ। ਔਰ ਇਸ ਸਰੀਰ ਤੇ ਇੰਨਾ ਆਖੜੀ ਜਾ ਰਿਹਾ, ਇੰਨਾ ਹੰਕਾਰ। ਕਹੋ ਕਬੀਰ ਜੇ ਰਾਮ ਨਾ ਚੇਤਿਓ, ਬੂढ़े ਬਹੁਤ ਸਿਆਣੇ। ਦੇਖ ਲਾ ਤੇਰੇ ਤੋਂ ਪਹਿਲਾਂ ਬਥੇਰੇ ਹੈਗੇ ਆ ਸਿਆਣੇ ਜਿਹੜੇ ਹੈਗੇ ਤੇਰੇ ਵਰਗੇ, ਜਿਹੜੇ ਹੈਗੇ ਡੁੱਬ ਕੇ ਜਾ ਚੁੱਕੇ ਆ, ਜਿਨ੍ਹਾਂ ਨੇ ਇਹ ਧਿਆਨ ਸਿਮਰਨ ਉਹ ਮਾਲਕ ਪਰਮਾਤਮਾ ਨੂੰ ਨਹੀਂ ਸਮਰਨ ਕੀਤਾ। ਟੇਢੀ ਭਾਗ ਟੇਢੇ ਲਾਗੇ, ਟੇਢੇ ਚਲੇ, ਟੇਢੀ ਭਾਗ ਟੇਢੇ ਚਲੇ, ਲਾਗੇ ਬੀਰੇ ਖਾਨ। ਹੁਣ ਇਹ ਬੀਰੇ ਦਾ ਕਿ ਜਿਹੜਾ ਬੀਰੇ ਕਹਿੰਦੇ ਪਾਨ ਦੇ ਬੀੜੇ ਖਾਣ ਲੱਗ ਪਏ ਨਾ ਬਈ। ਇਸ ਤੋਂ ਜਿਹੜਾ ਹੈਗਾ ਵਧੀਆ ਜਿਹੜਾ ਹੈਗਾ ਕਹਿੰਦੇ ਪੱਗ ਟੇਢੀ ਹੈ। ਪੱਗ ਟੇਢੀ ਦਾ ਮਤਲਬ ਹੈ ਵੀ ਬੜਾ ਹੰਕਾਰ ਆ ਆਪਣੇ ਉੱਤੇ, ਬੜਾ ਹੰਕਾਰ ਆ, ਪੂਰੀ ਹਉਮੈ ਭਰੀ ਪਈ ਆ ਇੰਨਾ ਜਿਹੜਾ ਹੈਗਾ। ਟੇਢੀ ਭਾਗ ਦਾ ਮਤਲਬ ਹੈ ਵੀ ਬਿਲਕੁਲ ਆਕੜ ਪੂਰੀ। ਔਰ ਚੱਲਦਾ ਵੀ ਇਨਸਾਨ ਗਲਤ ਰਸਤੇ 'ਤੇ ਹੈ, ਟੇਢੇ ਚਲੇ, ਬੜਾ ਆਕੜ ਕੇ ਤੁਰਦਾ, ਬੜਾ ਆਕੜ ਕੇ ਤੁਰਦਾ। ਲਾਗੇ ਬੀਰੇ ਖਾਨ, ਲੱਗਦਾ ਕਿਸ ਤਰ੍ਹਾਂ? ਕਹਿੰਦੇ ਜਿਵੇਂ ਕੋਈ ਜਿਹੜਾ ਬੜਾ ਬਹਾਦਰ ਹੁੰਦਾ, ਬੜਾ ਖਾਨ ਬਹਾਦਰ ਹੁੰਦਾ, ਐਵੇਂ ਦਾ ਸਮਝਦਾ ਆਪਣੇ ਆਪ ਨੂੰ। ਟੇਢੀ ਭਾਗ ਟੇਢੇ ਚਲੇ, ਲਾਗੇ ਬੀਰੇ ਖਾਨ, ਇਸ ਤਰ੍ਹਾਂ ਲੱਗਦਾ ਹੈ ਭਾਈ। ਪਾਓ ਭਗਤ ਸਿਉ ਕਾਜ ਨਾ ਕਛੂਆ, ਕਛੂਆ ਮੇਰੋ ਕਾਮ ਦੀਵਾਨ। ਕਹਿੰਦੇ ਕੀ ਕਹਿੰਦਾ ਹੈ? ਕਹਿੰਦੇ ਪ੍ਰੇਮਾ ਭਗਤੀ, ਪਰਮਾਤਮਾ ਦੀ ਭਗਤੀ ਜਿਹੜੀ ਹੈ ਉਹਦੇ ਨਾਲ ਕੋਈ ਕੰਮ ਨਹੀਂ ਉਹਨੂੰ। ਉਹ ਕਹਿੰਦੇ ਇਹ ਸਾਡਾ ਉੱਥੇ ਤਾਂ ਟਿਕਦਾ ਹੀ ਨਹੀਂ, ਇੱਕ ਸੈਕਿੰਡ ਸੁਣਦਾ ਵੀ ਨਹੀਂ ਨਾ ਟਿਕਦਾ ਹੈ। ਕਹਿੰਦੇ ਇਹ ਭਗਤੀ ਧਿਆਨ ਸਿਮਰਨ ਜਿਹੜਾ ਹੈਗਾ ਇਹ ਜਿਹੜਾ ਹੈਗਾ ਇਹਦੇ ਨਾਲ ਕੋਈ ਕੰਮ ਨਹੀਂ ਹੈ। ਕਹਿੰਦੇ ਨੋ ਪਾਓ ਭਗਤ ਸਿਉ ਕਾਜ ਨਾ ਕਛੂਏ, ਮੇਰੋ ਕਾਮ ਦੀਵਾਨ। ਕੀ ਕੰਮ ਹੈ? ਕਹਿੰਦੇ ਮੇਰਾ ਕੰਮ ਆ ਦੀਵਾਨ। ਕੀ ਹੁੰਦਾ ਹੈ? ਦੀਵਾਨ ਕਚਹਿਰੀ ਹੁੰਦੀ ਲੱਗੀ ਹੋਈ। ਕਚਹਿਰੀ ਕੀ ਹੁੰਦੀ ਹੈ? ਕਚਹਿਰੀ ਹੁੰਦੀ ਹੈ ਜਿੱਥੇ ਕਿਸੇ ਦੀ ਚੱਲਦੀ ਹੈ, ਕਿਸੇ ਦਾ ਆਰਡਰ ਚੱਲਦਾ ਹੈ। ਕਹਿੰਦੇ ਐਸਾ ਹੰਕਾਰੀ ਇਨਸਾਨ ਹੈਗਾ। ਟੇਢੀ ਭਾਗ ਟੇਢੇ ਚਲੇ, ਲਾਗੇ ਬੀਰੇ ਖਾਨ, ਲੱਗਦਾ ਹੈ ਖਾਨ ਬਹਾਦਰ। ਔਰ ਕੰਮ ਕੀ ਹੈ? ਕਹਿੰਦਾ ਮੇਰਾ ਕੰਮ ਦੀਵਾਨ। ਮੇਰਾ ਕੰਮ ਆ ਹੁਕਮ ਕਰਨਾ, ਮੇਰਾ ਕੰਮ ਆ ਹੁਕਮ ਕਰਨਾ। ਟੇਢੀ ਭਾਗ ਟੇਢੇ ਚਲੇ, ਲਾਗੇ ਬੀਰੇ ਖਾਨ, ਪਾਓ ਭਗਤ ਸਿਉ ਕਾਜ ਨਾ ਕਛੂਐ, ਮੇਰੋ ਕਾਮ ਦੀਵਾਨ। ਰਾਮ ਵਿਸਾਰਿਓ ਹੈ ਅਭਿਮਾਨ। ਕਹਿੰਦੇ ਹੰਕਾਰ ਦੇ ਵਿੱਚ, ਅਭਿਮਾਨ ਦੇ ਵਿੱਚ ਤੂੰ ਜਿਹੜਾ ਹੈਗਾ ਮਾਲਕ ਨੂੰ ਭੁਲਾ ਦਿੱਤਾ ਆ। ਕਨਿਕ ਕਾਮਨੀ ਮਹਾ ਸੁੰਦਰੀ, ਪੇਖ ਪੇਖ ਸੱਚ ਮਾਨ। ਤੇ ਤੂੰ ਧਨ ਦੌਲਤ ਔਰ ਜਿਹੜੀ ਆ ਤੇਰੀ ਇਹ ਮਨ ਭਾਵਨੀਆਂ ਕਾਮਨਾਵਾਂ,
ਔਰ ਘਰਵਾਲੀ, ਸੋਹਣੀ ਘਰਵਾਲੀ ਦੇਖ ਦੇਖ ਕੇ ਜਿਹੜਾ ਇਹਨੂੰ ਸੱਚ ਮੰਨਿਆ ਹੋਇਆ ਹੈ ਤੂੰ, ਔਰ ਇਹਦੇ ਨਾਲ ਤੂੰ ਰਾਮ ਨੂੰ ਵਿਸਾਰ ਦਿੱਤਾ ਹੈ। ਰਹਾਓ ਲਾਲਚ ਝੂਠ ਵਿਕਾਰ ਮਹਾਮਦ, ਇਹ ਵਿਦ ਔਦ ਬਿਹਾਨ। ਕਹਿੰਦੇ ਲਾਲਚ, ਪੂਰਾ ਲਾਲਚ ਹੈ, ਝੂਠ ਦੇ ਨਾਲ ਜੁੜਿਆ ਪਿਆ ਹੈ, ਵਿਕਾਰ ਆ, ਵਿਸ਼ੇ ਵਿਕਾਰਾਂ ਦੇ ਵਿੱਚ ਪੂਰੀ ਤਰ੍ਹਾਂ ਮਸਤ ਹੋਇਆ ਪਿਆ, ਔਰ ਇਹਦੇ ਵਿੱਚ ਮਹਾਮਦ, ਆ ਜਿਹੜੀ ਹੈ ਇੰਨਾ ਨਸ਼ਾ ਜਿਹੜਾ ਮਾਇਆ ਦਾ, ਪੂਰੀ ਤਰ੍ਹਾਂ ਇਹਦੇ ਨਾਲ ਤੂੰ ਜਿਹੜਾ ਹੈਗਾ ਇਹਦੇ ਵਿੱਚ ਬੜਾ ਜਿਹੜਾ ਹੈਗਾ ਸਵਾਦ ਲੈ ਕੇ ਔਰ ਪੂਰਾ ਖੁੱਭਿਆ ਪਿਆ ਹੈ। ਇਹ ਵਿਦ ਔਦ ਬਿਹਾਨ, ਅਹਿਮ ਵਿਦ, ਇਸ ਤਰੀਕੇ ਦੇ ਨਾਲ ਤੂੰ ਜਿਹੜਾ ਹੈਗਾ ਤੇਰੀ ਉਮਰ ਗੁਜ਼ਰ ਰਹੀ ਹੈ ਪਿਆਰਿਆ, ਇਹ ਸਵਾਦਾਂ ਦੇ ਵਿੱਚ, ਰਸਾਂ ਕਸਾਂ ਦੇ ਵਿੱਚ। ਕਹਿ ਕਬੀਰ ਅੰਤ ਕੀ ਬੇਰ, ਆਏ ਲਾਗੋ ਕਾਲ ਨਿਦਾਨ। ਦੇਖ ਲਾ ਪਿਆਰਿਆ, ਦੇਖ ਲਾ, ਬਸ ਹੁਣ ਤੇਰਾ ਕਾਲ ਜਿਹੜਾ ਹੈਗਾ ਆਉਣ ਵਾਲਾ ਹੈ। ਅੰਤ ਕੀ ਬੇਰ ਆਉਣ ਵਾਲੀ ਹੈ ਤੇਰੀ, ਤੇਰਾ ਸੀਨ ਡ੍ਰੌਪ ਹੋਣ ਵਾਲਾ ਹੈ। ਕਹੇ ਕਬੀਰ ਅੰਤ ਕੀ ਬੇਰ, ਆਏ ਲਾਗੋ ਕਾਲ ਨਿਦਾਨ। ਉਹ ਕਾਲ ਆ ਰਿਹਾ ਹੈ। ਚਾਰ ਦਿਨ ਆਪਣੀ ਨੌਬਤ ਚਲੇ ਬਜਾਏ। ਕਹਿੰਦੇ ਇਨਸਾਨ ਕੀ ਕਰਦਾ ਹੈ, ਦੇਖ ਲਓ, ਆਪਾਂ ਜਿਹੜੇ ਆਪਣੇ ਉੱਤੇ ਝਾਤੀ ਮਾਰ ਕੇ ਦੇਖ ਲਈਏ, ਬਸ ਆਪਣੇ ਕੋਲ ਸਮਾਂ ਹੀ ਓਨਾ ਹੈ। 4 ਦਿਨ ਦਾ ਮਤਲਬ ਹੈ ਬਈ ਇਹ ਰਸ ਕਸ ਇਕੱਠੇ ਕਰਨਾ, ਜਾਂ ਧਨ ਦੌਲਤ ਇਕੱਠੀ ਕਰਨੀ, ਜਾਂ ਜਿਹੜਾ ਹੈਗਾ ਸਵਾਦ ਲੈਣੇ ਮਾਇਆ ਦੇ ਵਿੱਚ, ਜਿਹੜਾ ਹੈਗਾ ਆਪਣੀ ਟੈਰੀਟਰੀ, ਆਪਣੀ ਸਲਤਨਤ ਵਧਾਉਣੀ, ਬਸ ਆਹੀ ਕੁਛ ਹੈਗਾ ਆਪਣੇ ਕੋਲ। 4 ਦਿਨ ਆਪਣੀ ਨੌਬਤ ਚਲੇ ਬਜਾਏ, ਬਸ ਆਹੀ ਜਿਹੜੇ ਹੈਗੇ ਆ, ਆਪਣੀ ਤੂਤੀ ਵਜਾ ਕੇ ਜਾਂਦਾ ਹੈ ਇਨਸਾਨ ਦੁਨੀਆ ਦੇ ਵਿੱਚ। ਹੋਰ ਇਸ ਤੋਂ ਉੱਪਰ ਕੀ ਕਰਦਾ ਹੈ? ਇਤਨਾ ਕੁ ਖਟੀਆ ਗਠੀਆ ਮਟੀਆ, ਸੰਗ ਨਾ ਕਛੂ ਲੈ ਜਾਏ ਰਹਾਓ। ਦੇਖੋ ਕਿ ਜੀ ਪੋਇਟਰੀ ਹੈ। ਇਤਨਕ ਖਟੀਆ ਗਠੀਆ ਮਟੀਆ, ਸੰਗ ਨਾ ਕਛੂ ਲੈ ਜਾਏ ਰਹਾਓ। ਕਹਿੰਦੇ 4 ਦਿਨਾਂ ਦੀ ਨੌਬਤ ਦੇ ਵਿੱਚ ਜੋ ਕੁਛ ਵੀ ਤੂੰ ਕੀਤਾ ਆ, ਜੋ ਕੁਛ ਵੀ ਕਮਾਈ ਕੀਤੀ ਆ, ਇਤਨਕ ਕਹਿੰਦੇ ਇੰਨੀ ਵੀ ਮਾੜੀ ਜੀ ਵੀ, ਖਟੀਆ ਕਹਿੰਦੇ ਜਿੰਨੀ ਵੀ ਖੱਟੀ ਕੀਤੀ ਆ, ਗਠੀਆ ਜਿੰਨੀ ਵੀ ਤੇਰੀ ਗੱਠ ਦੇ ਵਿੱਚ ਹੈਗਾ, ਜਿੰਨਾ ਵੀ ਧਨ ਦੌਲਤ ਤੂੰ ਜਮ੍ਹਾਂ ਕੀਤਾ ਤੇਰੇ ਕੋਲ ਹੈਗਾ, ਤੇਰੀ ਗੱਠ ਦੇ ਵਿੱਚ ਹੈਗਾ। ਮਟੀਆ ਜਿੰਨਾ ਵੀ ਤੂੰ ਜਿਹੜਾ ਹੈਗਾ ਮਿੱਟੀ ਦੇ ਵਿੱਚ ਦੱਬਿਆ ਹੋਇਆ, ਜਾਂ ਬੈਂਕ ਦੇ ਵਿੱਚ ਰੱਖਿਆ ਹੋਇਆ, ਜਾਂ ਲਾਕਰ ਦੇ ਵਿੱਚ ਕਿਤੇ ਰੱਖਿਆ ਹੋਇਆ। ਇਤਨਕ ਉਹਦੇ ਵਿੱਚੋਂ ਇੰਨਾ ਵੀ ਖਟੀਆ ਗਠੀਆ ਮਟੀਆ, ਇਹਦੇ ਵਿੱਚੋਂ ਸੰਗ ਨਾ ਕਛੂ ਲੈ ਜਾਏ, ਕੁਛ ਵੀ ਨਾਲ ਨਹੀਂ ਲੈ ਕੇ ਜਾ ਸਕਦਾ। 4 ਦਿਨ ਦੀ ਨੌਬਤ ਜਿਹੜਾ ਇੱਥੇ ਦੁਨੀਆ ਦੇ ਵਿੱਚ ਜੋ ਕੁਛ ਕਰ ਲਿਆ, ਨਾਲ ਤੇਰੇ ਇੱਕ ਸੂਈ ਵੀ ਨਹੀਂ ਜਾ ਸਕਦੀ। ਜਿਹੜੀ ਤੇਰੀ ਖੱਟੀ ਹੈ, ਤੇਰੀ ਗੱਠੀ ਗਾਠ, ਜਿਹੜੀ ਤੇਰੀ ਉਹ ਪੋਟਲੀ ਹੈਗੀ, ਜਿਹੜਾ ਹੋਰ ਦੱਬਿਆ ਜੋ ਤੇਰੇ ਕੋਲ ਜਮਾ ਹੈਗਾ, ਸੰਗ ਨਾ ਕਛੂ ਲੈ ਜਾਏ ਰਹਾਓ। ਜਦ ਜਾਣਾ ਹੈ ਤੇ ਦਿਹਰੀ ਬੈਠੀ ਮੇਹਰੀ ਰੋਵੈ, ਦੁਆਰੇ ਲਓ ਸੰਗ ਮਾਏ। ਦੇਖ ਲਾ ਭਾਈ, ਘਰ ਵਾਲੀ ਦਿਹਰੀ ਤੇ ਬੈਠ ਕੇ, ਜਾਂ ਘਰ ਵਾਲਾ ਦਿਹਰੀ ਬੈਠੀ ਮੇਹਰੀ ਰੋਵੈ। ਮੇਹਰੀ ਕਹਿੰਦੇ ਘਰ ਵਾਲਾ, ਦੁਆਰੇ ਲਓ ਸੰਗ ਮਾਈ, ਮਾਂ ਜਿਹੜੀ ਹੈ ਦੁਆਰ ਤੱਕ ਜਾਊਗੀ ਵਿਚਾਰੀ। ਮਰਹਟ ਲਗ ਸਭ ਲੋਗ ਕੁਟੁੰਬ ਮਿਲ, ਹੰਸ ਇਕੇਲਾ ਜਾਏ। ਤੇ ਕਬਰਸਤਾਨ ਤੱਕ ਸਾਰੇ ਲੋਕ ਚਲੇ ਜਾਣਗੇ, ਕੁਟੁੰਬੀ ਲੋਕ ਸਾਰੇ ਮਿਲ, ਪਰ ਉਹ ਤਾਂ ਹੰਸ ਤਾਂ ਪਹਿਲਾਂ ਹੀ ਚਲਾ ਗਿਆ। ਹੰਸ ਇਕੇਲਾ ਜਾਏ, ਉਹ ਤਾਂ ਇਕੱਲਾ ਹੀ ਜਾ ਰਿਹਾ ਭਾਈ, ਕੋਈ ਨਹੀਂ ਨਾਲ ਜਾ ਰਿਹਾ। ਇਹ ਵੀ ਸਾਰੇ ਜਿਹੜੇ ਸਰੀਰ ਨੂੰ ਲੈ ਕੇ ਜਾ ਰਹੇ, ਸਰੀਰ ਦਾ ਹੀ ਕਰ ਰਹੇ ਆ ਭੋਗ। ਮਰਹਟ ਲਗ ਸਭ ਲੋਗ ਸਿਆਣੇ, ਲੋਗ ਕੁਟੁੰਬ ਮਿਲ, ਹੰਸ ਇਕੇਲਾ ਜਾਏ। ਵੈ ਸੁਤ ਵੈ ਬਿਤ ਵੈ ਪੁਰ ਪਾਟਨ, ਬਹੁਰ ਨਾ ਦੇਖੇ ਆਏ। ਦੇਖੋ ਕੀ ਕਹਿ ਰਹੇ ਕਬੀਰ ਜੀ, ਕਹਿੰਦੇ ਆ ਜਿਹੜੇ ਤੈਨੂੰ ਕਹਿੰਦਾ ਮੇਰੇ ਬੱਚੇ, ਮੇਰੀ ਘਰਵਾਲੀ, ਮੇਰਾ ਧਨ, ਮੇਰਾ ਸ਼ਹਿਰ, ਮੇਰਾ ਫਲਾਨਾ ਟਿਮਕਾ, ਕਹਿੰਦੇ ਆ ਵੈ ਸੁਤ, ਆ ਬੱਚੇ, ਆ ਜਿਹੜੇ ਹੈਗੇ ਬਿੱਤ, ਇਹ ਧਨ ਦੌਲਤ, ਪੁਰ ਪਾਟਨ ਵੈ ਪੁਰ ਪਾਟਨ, ਆ ਜਿਹੜੀ ਹੈਗੀ ਆ ਸ਼ਹਿਰ ਬਸਤੀ, ਬਹੁਰ ਨਾ ਦੇਖੇ ਆਏ, दोबारा नहीं देखेगा आके। कहत कबीर राम की न सिमरो जन्म कारथ जाए। ओ मित्रा,
ਫਿਰ ਤੂੰ ਸੋਚ ਤਾਂ ਸਹੀ, ਦੁਨੀਆ 'ਚ ਆਇਆ ਕੀ ਆ? ਤੂੰ ਕੁਛ ਵੀ ਨਹੀਂ ਕਰਕੇ ਜਾ ਰਿਹਾ, ਤੂੰ ਅਵਗੁਣ ਹੀ ਲੈ ਕੇ ਜਾ ਰਿਹਾ ਆ। ਕਿਉਂ ਨਹੀਂ ਸਿਮਰਦਾ? ਕਿਉਂ ਨਹੀਂ ਜਿਹੜਾ ਹੈਗਾ ਹੁਣ ਤੇਰੇ ਕੋਲ ਚਾਂਸ ਹੈਗਾ, ਤੇਰਾ ਜਨਮ ਫਾਲਤੂ ਜਾ ਰਿਹਾ ਇਨਸਾਨੀ ਜੂਨ, ਕਿਉਂ ਜਿਹੜਾ ਹੈਗਾ ਕਿਉਂ ਇਹਨੂੰ ਵੇਸਟ ਕਰਨ ਤੇ ਤੁਲਿਆ ਹੋਇਆ ਹੈ? ਕਹਿਤ ਕਬੀਰ ਰਾਮ ਕੀ ਨਾ ਸਿਮਰੋ ਜਨਮ ਅਕਾਰਥ ਜਾਏ। ਕਿਉਂ ਨਹੀਂ ਮਿੱਤਰਾ, ਕਿਉਂ ਨਹੀਂ ਸਿਮਰਦਾ? ਕਿਉਂ ਨਹੀਂ ਤੂੰ ਜਿਹੜਾ ਹੈਗਾ ਆ ਜਿਹੜੀ ਹੈਗੀ ਆ ਬ੍ਰਹਮ ਮਤ ਲੈਂਦਾ? ਆ ਵਿਵੇਕ ਬੁੱਧੀ ਕਿਉਂ ਨਹੀਂ ਲੈ ਰਿਹਾ ਤੂੰ? ਕਹਿਤ ਕਬੀਰ ਰਾਮ ਕੀ ਨਾ ਸਿਮਰੋ ਜਨਮ ਅਕਾਰਥ ਜਾਏ। ਹਾਂਜੀ, ਅੱਗੇ ਰਵਿਦਾਸ ਜੀ ਦਾ ਸ਼ਬਦ ਆ ਗਿਆ ਜੀ। ਇਹ ਕਬੀਰ ਜੀ ਦੇ ਜਿਹੜੇ ਹੈਗੇ ਜਨ ਦੇ ਵਾਸਤੇ ਜਿਹੜਾ ਹੈਗਾ ਇਹ 6 ਸ਼ਬਦ ਸੀਗੇ, ਇਹ ਆਪਾਂ ਨੇ ਲਏ ਆ। ਔਰ ਆਪਾਂ ਜਿਹੜੇ ਹੈਗੇ ਆ ਉਹ ਜਿਹੜਾ ਸ਼ਬਦ ਲੈ ਰਹੇ ਸੀਗੇ ਉਹ ਸੀਗਾ ਆਖਰੀ ਜਿਹੜਾ ਹੈਗਾ 399 ਅੰਗ ਦੇ ਉੱਤੇ ਆਖਰੀ ਜਿਹੜਾ ਬੰਦ ਸੀਗਾ, ਸੁਖ ਸਹਿਜ ਆਨੰਦ ਕਣਾ ਨਾਨਕ ਜਨ ਧੂਰਾ ਕਾਰਜ ਸਗਲੇ ਸਿੱਧ ਪਏ ਭੇਟਿਆ ਗੁਰ ਪੂਰਾ। ਆਇਆ ਭਾਈ ਜਨ, ਜਿਹੜੀ ਜਨ ਦੀ ਡੈਫੀਨੇਸ਼ਨ ਸੀਗੀ, ਸੁਖ ਸਹਿਜ ਆਨੰਦ ਕਣਾ ਨਾਨਕ ਜਨ ਧੂਰਾ, ਉਹ ਜਨ ਦੀ ਧੂੜ ਪਾਏ, ਕਾਰਜ ਸਗਲੇ ਸਿੱਧ ਪਏ ਭੇਟਿਆ ਗੁਰ ਪੂਰਾ। ਇਸ ਤਰੀਕੇ ਨਾਲ ਪਾਈ ਸਾਰੇ ਕਾਰਜ ਸਿੱਧ ਹੋ ਜਾਂਦੇ ਆ, ਜਿਨ੍ਹਾਂ ਨੂੰ ਜਨ ਦੀ ਧੂੜ ਮਿਲ ਜਾਂਦੀ ਆ, ਜਿਨ੍ਹਾਂ ਨੂੰ ਪੂਰੇ ਗੁਰੂ ਭੇਟ ਜਾਂਦਾ ਹੈ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਫਤਿਹ। ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਭਾਈ ਸਾਹਿਬ ਜੀ, ਸਾਰੀ ਸੰਗਤ ਨੂੰ ਜੀ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਵਾਹਿਗੁਰੂ।